ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਸਾਹਿਬ ਜੀਓ। ਬੰਦੋਂ ਪਦ ਸ੍ਰੀ ਸਾਰਦਾ ਉਤਪਲ ਦਲ ਦੁਤ ਨੈਨ ਉਰਦਾ ਸਰਤਾ ਸੁਮਤ ਕੀ ਬੀਚੀ ਜਿਹ ਬਰ ਬੈਨ ਬੰਦੋਂ ਪਦ ਸ੍ਰੀ ਸਾਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਦੀਵਾਨ ਸਜ ਰਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਦਬ ਸਤਿਕਾਰ ਸਹਿਤ ਪ੍ਰਕਾਸ਼ ਸੇਵਾ ਹੋਈ ਹੈ। ਉਪਰੰਤ ਜਪ ਬਾਣੀ ਦਾ ਜਪ ਪਾਠ ਹੋਇਆ ਹੈ। ਗੁਰਬਾਣੀ ਦੇ ਸੰਗੀਤ ਦੇ ਨਿਯਮਾਂ ਵਿੱਚ ਰਾਗੀ ਸਿੰਘਾਂ ਰਾਹੀਂ ਕੀਰਤਨ ਹੋਇਆ ਹੈ। ਕੀਰਤਨ ਤੋਂ ਕੁਝ ਬਾਅਦ ਸਮੇਂ ਆਪਾਂ ਗੁਰੂ ਕਾ ਇਤਿਹਾਸ ਪੜ੍ਹ ਸੁਣ ਰਹੇ ਹਾਂ, ਜੋ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਦੁੜ ਤੋਂ ਪ੍ਰਾਰੰਭ ਹੋਇਆ ਹੈ। ਕੱਲ ਦੇ ਦੀਵਾਨ ਵਿੱਚ ਵਿਸਥਾਰ ਨਾਲ ਪ੍ਰਸੰਗ ਸੁਣੀ ਲਿਆ। ਜਿਸ ਤਰ੍ਹਾਂ ਮਾਲ ਦਾ ਜਿਹੜਾ ਦਰਖਤ ਹੈ, ਜਿੱਥੇ ਅੱਜ ਕੱਲ੍ਹ ਵੀ ਪਾਕਿਸਤਾਨ ਵਿਖੇ ਮਾਲ ਸਾਹਿਬ ਗੁਰਦੁਆਰਾ ਸਭਾਏਮਾਨ ਹੈ, ਇਸ ਦਰਖਤ ਦੀ ਸੂਰਜ ਢਲਣ ਨਾਲ ਬਾਕੀ ਦਰਖਤਾਂ ਦੇ ਪਰਛਾਵੇਂ ਢਲ ਗਏ ਸਨ। ਜਿਸ ਦਰਖਤ ਹੇਠਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਵਿਰਾਜੇ ਹੋਏ ਸੀ, ਉਹ ਦਰਖਤ ਦਾ ਜਿਹੜਾ ਪਰਛਾਵਾਂ ਉਸੇ ਤਰ੍ਹਾਂ ਹੀ ਉੱਥੇ ਟਿਕਿਆ ਹੋਇਆ, ਨਹੀਂ ਟਲਿਆ ਹੈ। ਰਾਏ ਬਲਾਰ ਨੇ ਦੇਖ ਕਰਕੇ
ਆਪਣੇ ਅੰਦਰ ਅਸ਼ਾ ਸ਼ਰਧਾ ਲੈ ਆਂਦੀ ਹੈ। ਸਾਥੀਆਂ ਨੂੰ ਕਹਿਣ ਲੱਗਿਆ ਵੀ ਪਹਿਲਾਂ ਵੀ ਮੈਂ ਇਹ ਦੇਖ ਚੁੱਕਿਆ ਹਾਂ, ਸੱਪ ਫਲ ਫਲਾ ਕੇ ਇਹਨਾਂ ਦੇ ਉੱਪਰ ਛਾਇਆ ਕਰ ਰਿਹਾ ਸੀ। ਔਰ ਦੂਜੀ ਲੀਲਾ ਦੇਖ ਰਿਹਾ ਇਹਨਾਂ ਦੀ। ਇੱਧਰ ਉੱਧਰ ਤੁਸੀਂ ਤੱਕੋ, ਜਿੰਨੇ ਦਰਖਤ ਹੈ ਸੂਰਜ ਢਲਣ ਕਰਕੇ ਉਹਨਾਂ ਦੇ ਪਰਛਾਵੇਂ ਵੀ ਟਲ ਗਏ ਨੇ, ਪਰ ਜਿਸ ਬਿਰਛ ਹੇਠ ਇਹ ਬਰਾਬਰੀ ਹੋਏ ਉਹਦਾ ਜਿਹੜਾ ਪਰਛਾਵਾਂ ਹੈ ਉਹ ਨਹੀਂ ਟਲਿਆ ਹੈ, ਉਹ ਉਸੇ ਤਰ੍ਹਾਂ ਹੀ ਸਥਿਤ ਹੈ। ਇਸ ਤਰ੍ਹਾਂ ਉਸਤੀ ਕਰਦਾ ਉੱਥੇ ਮੱਥਾ ਟੇਕ ਕੇ ਵਾਪਸ ਪਰਤ ਗਿਆ ਹੈ ਤੇ ਕਾਲੂ ਜੀ ਨੇ ਕੋਲ ਬੁਲਾਇਆ ਹੈ ਤੇ ਸਾਰੀ ਗੱਲਬਾਤ ਦੱਸੀ ਹੈ ਵੀ ਇਹ ਤੇ ਤੇਰੇ ਕੋਈ ਬਹੁਤ ਪਿਛੜੇ ਚੰਗੇ ਭਾਗ ਹੈ ਜਿਨ੍ਹਾਂ ਕਰਕੇ ਤੇਰੇ ਘਰ ਦੇ ਵਿੱਚ ਮਹਾਨ ਅਵਤਾਰ ਆ ਗਏ, ਖੁਦਾ ਆ ਗਏ। ਮੇਰਾ ਤਾਂ ਕਹਿਣਾ ਹੀ ਹੈ ਵੀ ਤੇਰਾ ਸਾਹ ਕੁਰਖਤ ਜਿਹੀ ਹੈ, ਤੂੰ ਬੋਲ ਕਬੋਲ ਕਰ ਜਾਣਾ ਹੈ, ਪਰ ਇਹਨਾਂ ਨੂੰ ਨਹੀਂ ਤੂੰ ਕੁਝ ਕਹਿਣਾ ਕਰਨਾ ਹੈ, ਸਤਿਕਾਰ ਰੱਖਣਾ ਹੈ। ਜੋ ਕਹਿਣ ਉਹ ਪ੍ਰੇਮ ਨਾਲ ਸ਼ਰਧਾ ਨਾਲ ਵਚਨ ਮੰਨਣਾ ਹੈ। ਪਰ ਮੇਰਾ ਹੁਣ ਜਿਹੜਾ ਜਨਮ ਹੈ ਸਰੀਰ ਹੈ ਮੁਸਲਮਾਨਾਂ ਦੇ ਘਰ ਦਾ ਹੈ। ਮੇਰੇ ਘਰ ਦੇ ਵਿੱਚੋਂ ਭੋਜਨ ਬਣ ਸਕਣਾ ਨਹੀਂ ਬਣਦਾ ਹੈ, ਨਹੀਂ ਤਾਂ ਮੈਂ ਆਪਣੇ ਘਰ ਵਿੱਚ ਹੀ ਇਹਨਾਂ ਨੂੰ ਸਤਿਕਾਰ ਨਾਲ ਰੱਖ ਲੈਂਦਾ। ਇਹਨਾਂ ਦੇ ਚਰਨਾਂ ਦੀ ਸੇਵਾ ਕਰਕੇ ਤੇ ਆਪਣਾ ਮਨੁੱਖ ਜਨਮ ਸਫਲ ਕਰਦਾ। ਪਰ ਤਾਂ ਵੀ ਮੈਂ ਆਪਣੇ ਵੱਲੋਂ ਇੱਕ ਪਿਸ਼ਾਬ ਦੇ ਕੇ ਬਣਵਾ ਕੇ ਭੇਜਾਂਗਾ, ਤੂੰ ਇਹਨਾਂ ਨੂੰ ਪਹਿਨਾ ਦੇਣੀ, ਕਿਉਂਕਿ ਮੈਂ ਆਪਣੇ ਮਨ ਵਿੱਚ ਸਮਝਦਾ ਵੀ ਜੋ ਕੋਈ ਵਸਤਰ ਜਾਂ ਹੋਰ ਕੋਈ ਮਾਇਆ ਇਹਨਾਂ ਦੇ ਲੇਖੇ ਲੱਗ ਜੇ ਉਹਨੂੰ ਮੈਂ ਸਫਲ ਗਿਣਾਂਗਾ, ਸਫਲ ਹੀ ਹੋਈ ਜਾਣਾਂਗਾ। ਇਸ ਤਰ੍ਹਾਂ ਸ਼ਰਧਾ ਦੇ ਬਚਨ ਸੁਣ ਕੇ ਇਹਦੇ ਅੰਦਰ ਕੋਈ ਬਹੁਤਾ ਅਸਰ ਨਹੀਂ ਹੋਇਆ ਹੈ, ਸਗੋਂ ਇਹ ਕਿਹਾ ਵੀ ਤਾਂ ਇਹਦੀ ਵਡਿਆਈ ਕਰ ਰਿਹਾ, ਮੈਨੂੰ ਤਾਂ ਬੜੀ ਚਿੰਤਾ ਨਾਲ ਦਿਨ ਲੱਗ ਰਿਹਾ ਹੈ ਵੀ ਜਿਸ ਕੰਮ ਉੱਪਰ ਵੀ ਮੈਂ ਇਹਨੂੰ ਸਾਵਧਾਨ ਕੀਤਾ ਹੈ ਉਹ ਸਵਾਰਿਆ ਨਹੀਂ ਹੈ, ਵਿਗਾੜਿਆ ਹੈ। ਇਸੇ ਤਰ੍ਹਾਂ ਖੇਤੀ ਉੱਪਰ ਲਾਇਆ ਸੀ, ਬਚਾਇਆ ਸੀ ਤੇ ਉਹ ਵੀ ਖੇਤ ਵੀ ਪਹਿਲਾਂ ਹਰਾ ਭਰਾ ਹੋ ਗਿਆ, ਮਰੋ ਗੂਆਂ ਮੱਝੀਆਂ ਕਰ ਗਏ, ਹੋਰ ਡੰਗਰ ਵਿੱਚ ਪੜੇ ਰਹੇ, ਕੋਈ ਉਹਨਾਂ ਨੂੰ ਕੱਢਿਆ ਨਹੀਂ, ਉਜਾੜ ਸੱਟਿਆ। ਪਹਿਲਾਂ ਵੀ ਛੋਟੀ ਅਵਸਥਾ ਵਿੱਚ ਹੀ ਘਰ ਦੇ ਵਿੱਚੋਂ ਜਿਹੜੀ ਕੋਈ ਵਸਤੂ ਚੁੱਕਦੇ ਦੇ ਕੇ ਬਾਹਰ ਸਿੱਟੇ ਆਉਂਦੇ, ਵਾਪਸ ਨਹੀਂ ਲਿਆਉਂਦੇ ਸਨ। ਔਰ ਉਸ ਵੇਲੇ ਕਿਹਾ ਵੀ ਤੂੰ ਤਾਂ ਬਹੁਤ ਅਣਜਾਣ ਬੁੱਧੀ ਵਾਲਾ ਹੈ, ਤੂੰ ਇਹਨਾਂ ਨੂੰ ਸਮਝ ਨਹੀਂ ਸਕਦਾ ਹੈ, ਤੇਰੀ ਜਿਹੜੀ ਮਤ ਬੁੱਧ ਹੈ ਉਹ ਮਾਇਆ ਵਿੱਚ ਲਪਟੀ ਹੈ, ਮਾਇਆ ਵਿੱਚ ਫਸੀ ਹੋਈ ਹੈ, ਤੂੰ ਇਹਨਾਂ ਦੇ ਗੁਝੇ ਗੁਣਾਂ ਨੂੰ ਕਿਵੇਂ ਪਛਾਣ ਸਕੇ। ਸੋ ਇਸ ਤਰ੍ਹਾਂ ਦਾ ਜਿਹੜਾ ਪ੍ਰਸੰਗ ਹੈ ਉਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਰਲ ਮਿਲ ਕੇ ਸ਼ਰਧਾ ਭਾਵਨਾ ਨਾਲ ਸੰਗਤ ਰੂਪ ਵਿੱਚ ਜੁੜ ਕੇ ਸੁਣਿਆ ਸੀ। ਅੱਜ ਅੱਗੇ ਪ੍ਰਸੰਗ ਆ ਰਿਹਾ ਹੈ ਉਹ ਸ਼ਰਧਾ ਭਾਵ ਨਾਲ ਮਨ ਦੀ ਇਕਾਗਰਤਾ ਨਾਲ ਆਪਾਂ ਰਲ ਮਿਲ ਕੇ ਸੁਣੀਏ ਜੀ। ਬੰਦੋ ਪਦ ਸ੍ਰੀ ਸਾਰਦਾ। ਪ੍ਰਸੰਗ ਕਹਿਣ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਜੋ ਕਵੀਆਂ ਦਾ ਨਿਯਮ ਹੈ ਧਰਵਾ ਬੰਨਿਆ ਉਸਨੂੰ ਵੀ ਪੂਰਾ ਕਰਦੇ ਹੈ। ਜੋ ਕਵਿਤਾ ਦੀ ਦਾਤੀ ਹੈ ਸਾਰਦਾ ਸ਼ਕਤੀ, ਉਹਦੇ ਚਰਨਾਂ ਤੇ ਮੈਂ ਨਮਸਕਾਰ ਕਰਦਾ ਹਾਂ। ਉਤਪਲ ਦਲ ਦੁੱਤ ਨੈਣ। ਜਿਸਦੇ ਦੋਵੇਂ ਨੇਤਰਾਂ ਦੀ ਜਿਹੜੀ ਦੁੱਧ ਕੀ ਹੈ ਸੋਭਾ ਹੈ, ਜਿਵੇਂ ਕਵਲ ਦੇ ਪੱਤਰੇ ਹੁੰਦੇ ਨਾ ਚੌੜੇ, ਇਸ ਤਰ੍ਹਾਂ ਚੌੜੇ ਨੇਤਰਾਂ ਦੀ ਬੜੀ ਸੋਭਾ ਹੈ। ਔਰ ਦਾ ਸਰਤਾ ਸੁਮਤ ਕੀ। ਸਾਡੇ ਜਿਹੜੇ ਕਵੀ ਲੋਕ ਉਹਨਾਂ ਦੇ ਹਿਰਦਿਆਂ ਵਿੱਚ ਸ੍ਰੇਸ਼ਟ ਮਤ ਦੀ ਜਿਹੜੀ ਨਦੀ ਹੈ ਉਹਨੂੰ ਵਗਾਉਣ ਵਾਲੀ ਹੈ, ਚਲਾ ਦੇਣ ਵਾਲੀ ਹੈ। ਬੀਚੀ ਜਿਹ ਬਾਰ ਬੈਨ। ਜਿਹਦੇ ਵਿੱਚੋਂ ਜਿਹੜੇ ਕੋਈ ਕਵਿਤਾ ਦੇ ਸ੍ਰੇਸ਼ਟ ਬਚਨ ਨਿਕਲਦੇ ਹਨ
ਇਹ ਬੀਚੀ ਕੀ ਲਹਿਰਾਂ ਉੱਠਦੀਆਂ, ਛੱਲਾਂ ਉੱਠਦੀਆਂ ਹਨ। ਇਸੇ ਤਰ੍ਹਾਂ ਗੁਰਬਾਣੀ ਦੀ ਮਹਿਮਾ ਦਾ ਮੰਗਲ ਹੈ। ਸ੍ਰੀ ਸ਼੍ਰੋਮਣੀ ਜਿਹੜੀ ਸਾਰਦਾ ਕੀ ਗੁਰਬਾਣੀ ਹੈ, ਉਹਦੇ ਜਿਹੜੇ ਸ਼ਬਦ ਰੂਪੀ ਪਦ ਕੀਏ ਚਰਨ ਹਨ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਜਿਹੜੇ ਹਿਰਦੇ ਵਿੱਚ ਸ਼ਬਦ ਵਸਾਉਣੇ, ਮਹਾਰਾਜ ਦੇ ਚਰਨੀ ਵਸਾਉਣੇ। ਜਿਹੜਾ ਇਹ ਸ਼ਬਦ ਦਾ ਬਣ ਧਿਆਨ ਧਰਨਾ, ਇਹ ਗੁਰੂ ਮਹਾਰਾਜ ਦੇ ਚਰਨਾਂ ਦਾ ਧਿਆਨ ਹੀ ਧਰਨਾ ਹੈ। ਕਈ ਲੋਕ ਕਹਿੰਦੇ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਸੀ ਉਦੋਂ ਉਹਨਾਂ ਦੇ ਚਰਨ ਸੀ, ਉਦੋਂ ਕੋਈ ਚਰਨਾਂ ਨੂੰ ਮੱਥਾ ਵੀ ਟੇਕ ਸਕਦਾ ਸੀ ਤੇ ਚਰਨਾਂ ਦਾ ਧਿਆਨ ਵੀ ਕਰ ਸਕਦਾ ਸੀ। ਹੁਣ ਤਾਂ ਗੁਰੂ ਨਾਨਕ ਸਾਹਿਬ ਇਸ ਸੰਸਾਰ ਦੇ ਵਿੱਚ ਹੈ ਨਹੀਂ। ਹੁਣ ਕਿਹੜੇ ਚਰਨਾਂ ਨੂੰ ਮੱਥਾ ਟੇਕੀਏ, ਕਿਹੜੇ ਚਰਨਾਂ ਦਾ ਧਿਆਨ ਧਰੀਏ। ਉਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਇਸ ਦਾ ਖੁਲਾਸਾ ਕੀਤਾ। ਹਿਰਦੈ ਚਰਨ ਸ਼ਬਦ ਸਤਿਗੁਰੂ ਕੋ। ਜਿਹੜੇ ਗੁਰਬਾਣੀ ਦੇ ਸ਼ਬਦ ਹੈ, ਇਹ ਗੁਰੂ ਮਹਾਰਾਜ ਦੇ ਚਰਨ ਹੈ। ਇਸ ਤਰ੍ਹਾਂ ਜਿਹੜਾ ਬਾਣੀ ਦੇ ਸ਼ਬਦਾਂ ਵਿੱਚ ਧਿਆਨ ਕਰਨਾ ਹੈ, ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਧਰਨਾ ਹੈ। ਜਿਹੜੇ ਗੁਰਬਾਣੀ ਦੇ ਸ਼ਬਦਾਂ ਨੂੰ ਸ਼ਰਧਾ ਭਾਵਨਾ ਨਾਲ ਮੱਥਾ ਟੇਕਣਾ ਹੈ, ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰਨੀ ਹੈ। ਸੋ ਇਸ ਕਰਕੇ ਕਵੀ ਕਹਿੰਦਾ, ਜੇ ਸ੍ਰੀ ਕੀਏ ਸ਼੍ਰੋਮਣੀ, ਇਹ ਸਾਰਦਾ ਕੀਏ ਤੁਰਕੀ ਸੱਚ ਕੀ ਅਕਾਲ ਗੋ ਬਾਣੀ ਹੈ। ਇਹਦੇ ਸ਼ਬਦ ਰੂਪ ਚਰਨਾਂ ਨੂੰ ਮੈਂ ਬੰਦੋ ਕੀਏ ਨਮਸਕਾਰ ਕਰਦਾ ਹਾਂ। ਉਤਪਲ ਦਲ ਦੁਤ ਨੈਣ। ਇਸ ਤਰ੍ਹਾਂ ਜੋ ਗੁਰਬਾਣੀ ਹੈ, ਜਿਵੇਂ ਕਵਲ ਦੇ ਪੱਤਰੇ ਪਾਣੀ ਤੋਂ ਨਿਰਲੇਪ ਰਹਿੰਦੇ ਹੈ, ਔਰ ਜਿਹੜੀ ਗੁਰਬਾਣੀ ਹੈ ਕਵਲ ਦੇ ਪੱਤਰਿਆਂ ਵਾਂਗ ਸੰਸਾਰ ਦੇ ਪਦਾਰਥਾਂ ਰੂਪੀ ਪਾਣੀ ਤੋਂ ਨਿਰਲੇਪ ਕਰਨ ਵਾਲੀ ਹੈ। ਜਿਹੜਾ ਪਾਣੀ ਦਾ ਆਸਰਾ ਲੈਂਦਾ, ਪਾਣੀ ਪੜ੍ਹਦਾ, ਪਾਣੀ ਨੂੰ ਮੱਥਾ ਟੇਕਦਾ, ਇਸੇ ਤਰ੍ਹਾਂ ਦੁੱਤ ਨੈਣ ਮਨ ਤੇ ਜਿਹੜੇ ਬੁੱਧ ਰੂਪ ਨੇਤਰ ਹੈ, ਇਹਨਾਂ ਨੂੰ ਦਰਕੀਏ ਸ਼ੋਭਾ ਬਖਸ਼ਣ ਵਾਲੀ, ਸੁੰਦਰਤਾ ਬਖਸ਼ਣ ਵਾਲੀ ਹੈ। ਜਿਹੜਾ ਕੋਈ ਗੁਰਬਾਣੀ ਪੜ੍ਹਦਾ, ਉਹਦੇ ਮਨ ਬੁੱਧ ਨੇਤਰ ਬਹੁਤ ਸੁੰਦਰ ਹੋ ਜਾਂਦੇ। ਮਨ ਵੀ ਸੁੰਦਰ ਹੋਇਆ ਦੀ ਪਾਪਾਂ ਦੀ ਕਾਲਕ ਮਾੜੇ ਪੜਨੇ ਖਤਮ ਹੋ ਜਾਂਦਾ ਹੈ। ਬੁੱਧੀ ਵੀ ਨਿਰਮਲ ਸ਼ੋਭਾ ਸੁੰਦਰ ਹੋ ਜਾਂਦੀ, ਆਤਮ ਵਿਸ਼ੈਨੀ ਬੁੱਧ ਹੋ ਜਾਂਦੀ ਹੈ। ਇਸ ਤਰ੍ਹਾਂ ਦੋਵੇਂ ਮਨ ਬੁੱਧ ਰੂਪ ਨੇਤਰਾਂ ਵਿੱਚ ਜੋ ਦੁੱਧ ਕੀਏ ਸੁੰਦਰਤਾ ਬਖਸ਼ਣ ਵਾਲੀ ਹੈ। ਔਰ ਦਾ ਸਰਤਾ ਸੁਮਤ ਕੀ। ਫਿਰ ਜਿਹੜੀ ਗੁਰਬਾਣੀ ਹੈ, ਹਿਰਦੇ ਵਿੱਚ ਜਿਹੜੀ ਸ੍ਰੇਸ਼ਟ ਮੱਤ ਹੈ, ਭਾਵ ਭਗਤੀ ਵਾਲੀ ਮੱਤ ਹੈ, ਉਹਦੀ ਸਰਤਾ ਕੀ ਨਦੀ ਵਗਾ ਚਲਾ ਦੇਣ ਵਾਲੀ ਹੈ। ਬੀਚੀ ਜਿਹੇ ਬਾਰ ਬੈਨ। ਜਿਸ ਗੁਰਬਾਣੀ ਦੇ ਸ੍ਰੇਸ਼ਟ ਜਿਹੜੇ ਬੈਨ ਕੀ ਬਚਨ ਹਨ, ਇਹੀ ਜਿਵੇਂ ਨਦੀ ਵਿੱਚੋਂ ਬੀਚੀ ਕੇ ਲਹਿਰਾਂ ਛੱਲਾਂ ਉੱਠਦੀਆਂ ਹੁੰਦੀਆਂ, ਇਹ ਜਿਹੜੇ ਗੁਰਬਾਣੀ ਦੇ ਸ੍ਰੇਸ਼ਟ ਬਚਨ ਹਨ, ਇਹੀ ਗੁਰਬਾਣੀ ਰੂਪ ਨਦੀ ਵਿੱਚੋਂ ਬੀਚੀ ਕੀ ਲਹਿਰਾਂ ਇਹ ਛੱਲਾਂ ਉੱਠ ਰਹੀਆਂ ਹਨ। ਸ੍ਰੀ ਬਾਲਾ ਸੰਦੁਰ ਵਾਚ ਚੌਪਈ ਪਾਵਸ ਕਰਤ ਬਿਲਾਸ ਬਿਤਾਈ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਦੇ ਬਿਲਾਸ ਕਰਦਿਆਂ, ਚੋਜ ਕਰਦਿਆਂ, ਜਿਹੜੀ ਬਰਸਾਤ ਰੁੱਤ ਸੀ, ਸੌਣ ਭਾਦੋਂ ਦੇ ਮਹੀਨੇ ਸਨ, ਇਹਨਾਂ ਨੂੰ ਬਿਤਾਇਆ ਹੈ, ਪੂਰਿਆ ਕੀਤਾ ਹੈ। ਬਹੁਰ ਨਵੀਨ ਅਪਰ ਰਿਤ ਆਈ। ਫਿਰ ਬਰਸਾਤ ਰੁੱਤੋਂ ਬਗਾਰ ਹੋਰ ਜਿਹੜੀ ਨਵੀਂ ਰੁੱਤ ਹੈ, ਕਹਿੰਦੇ ਆ ਗਈ ਹੈ, ਸ਼ੁਰੂ ਹੋ ਗਈ ਹੈ। ਸੁੰਦਰ ਸਰਦ ਸਾਰਦਾ ਮਨ। ਉਹ ਹੈ ਕਹਿੰਦੇ ਸੁੰਦਰ ਸਰਦ ਰੁੱਤ। ਜਿਹੜੀ ਇਹ ਸੁੰਦਰ ਸਾਰਦਾ ਸਰਦ ਰੁੱਤ ਹੈ, ਇਹ ਮਾਨੋ ਜਿਵੇਂ ਸਾਰਦਾ ਹੁੰਦੀ ਹੈ, ਸ੍ਰਿਸ਼ਟੀ ਹੁੰਦੀ, ਇਹਦੇ ਵਾਂਗ ਹੈ ਮਨ ਲਾ। ਬਦਨ ਚੰਦਰਮਾ ਬਿਮਲ ਪਛਾਨੋ। ਜਿਵੇਂ ਸਾਰਦਾ ਦਾ ਮੁਖ ਉਜਲ ਹੈ, ਇਸ ਤਰ੍ਹਾਂ ਜਿਹੜੀ ਸਰਦ ਰੂਪੀ ਸਾਰਦਾ ਹੈ, ਇਹ ਜਿਹੜਾ ਉਜਲ ਚੰਦਰਮਾ ਹੈ,
ਇਹੀ ਕਹਿੰਦੇ ਦਾ ਮੁੱਖ ਪਛਾਣ ਲਓ। ਅੰਬਰ ਬਰ ਨੀਲਾ ਬਰ ਲੀਨਾ। ਇਸੇ ਤਰ੍ਹਾਂ ਜਿਵੇਂ ਸਾਰਦਾ ਨੇ ਨੀਲੇ ਰੰਗ ਦਾ ਉੱਪਰ ਬਸਤਰ ਜਿਹਾ ਲਿਆ ਹੋਵੇ, ਇਸ ਤਰ੍ਹਾਂ ਜਿਹੜਾ ਆਕਾਸ਼ ਨੀਲਾ ਹੈ, ਇਹੀ ਮਾਨੋ ਸਰਦ ਰੂਪ ਜਿਹੜੀ ਸਰਦਾ ਹੈ, ਉਹਨੇ ਸ੍ਰੇਸ਼ਟ ਨੀਲੇ ਰੰਗ ਦਾ ਬਸਤਰ ਜਿਹਾ ਲਿਆ ਏ, ਚੁੰਨੀ ਜੀ ਉੱਪਰ ਓਢੀ ਹੋਈ ਹੈ। ਜਾ ਕੇ ਸ਼ੋਭਤ ਪਰਿਉਦੈ ਪੀਨਾ। ਹਾਂ, ਇਸੇ ਤਰ੍ਹਾਂ ਇਹ ਜਿਹੜੀ ਸਰਦ ਰੂਪੀ ਸਾਰਦਾ ਹੈ, ਆ ਜਿਹੜੇ ਆਕਾਸ਼ ਵਿੱਚ ਚਿੱਟੇ ਰੰਗ ਦੇ ਬੱਦਲ ਹਨ, ਇਹੀ ਪਿਓਦਰ ਨੂੰ ਅਸਤਰਾਂ ਦਾ ਹੁੰਦਾ, ਪਿਓਦਰ ਨੂੰ ਬਦਲਾਂ ਦਾ ਹੁੰਦਾ ਹੈ। ਇਸ ਲੇਖਾ ਅਲੰਕਾਰ ਅਨੁਸਾਰ ਦੋ ਅਰਥੇ ਦੇ ਵਿੱਚੋਂ ਗ੍ਰਹਿਣ ਕਰਨੇ, ਜਿਸ ਦੇ ਆ ਜਿਹੜੇ ਆਕਾਸ਼ ਵਿੱਚ ਚਿੱਟੇ ਰੰਗ ਦੇ ਬੱਦਲ ਹਨ, ਇਹੀ ਮਾਨੋ ਪਿਓਦਰ ਕੀ ਜਿਹੜੇ ਅਸਤਨ ਹਨ ਕਠਨ ਸਖਤ, ਇਹ ਸਜ ਰਹੇ ਹਨ, ਸੋਭ ਰਹੇ ਹਨ। ਉਡਗਨ ਭੂਖਨ ਜਰੇ ਜਰਾਉ। ਜਿਹੜੇ ਗਹਿਣਿਆਂ ਵਿੱਚ ਜੜਾਊ ਜੜੇ ਹੁੰਦੇ ਆ, ਫਿਰ ਗਹਿਣੇ ਸਜਦੇ ਆ। ਇਸ ਤਰ੍ਹਾਂ ਆਕਾਸ਼ ਵਿੱਚ ਜਿਹੜੇ ਤਾਰੇ ਹਨ, ਇਹੀ ਆਕਾਸ਼ਕ ਗਹਿਣੇ ਵਾਂਗ ਹੈ, ਤੇ ਜਿਹੜੇ ਤਾਰੇ ਹਨ ਇਹ ਗਹਿਣਿਆਂ ਵਿੱਚ ਜੜਾਊ ਜੜੇ ਹੋਏ। ਇਹ ਜਿਹੜੀ ਸਰਦ ਰੂਪੀ ਸਾਰਦਾ ਹੈ, ਆਕਾਸ਼ ਰੂਪੀ ਗਹਿਣੇ ਜਿਹਦੇ ਵਿੱਚ ਤਾਰੇ ਰੂਪੀ ਹੈ ਜੜਾਊ ਜੜੇ ਹੋਏ, ਉਹ ਪਾਏ ਹੋਏ ਆ, ਸਜਾਏ ਹੋਏ ਹੈ। ਲਲਤ ਮਰਾਲੰਗ ਪਾਵਨ ਪਾਉ। ਇਸੇ ਤਰ੍ਹਾਂ ਵੀ ਸਾਰਦਾ ਦੇ ਪਵਿੱਤਰ ਚਰਨ ਕਿਹੜੇ ਹੈ? ਇਹ ਸਰਦ ਰੂਪੀ ਜਿਹੜੀ ਸਾਰਦਾ ਹੈ, ਜਿਹੜੇ ਕਹਿੰਦੇ ਆ ਹੰਸ ਹੈ ਨਾ ਸੁੰਦਰ, ਉਡਾਰੀਆਂ ਮਾਰ ਰਹੇ ਆਕਾਸ਼ਾਂ ਵਿੱਚ, ਉੱਡ ਰਹੇ ਇੱਧਰ ਉੱਧਰ, ਇਹ ਪਵਿੱਤਰ ਇਸ ਦੇ ਚਰਨ ਹਨ, ਸਰਦ ਰੂਪ ਸਾਰਦਾ ਦੇ। ਮ੍ਰਿਦੁਲ ਕਮਲ ਕਰ ਜਿਹ ਦੁਤ ਪੂਰੀ। ਇਹ ਜਿਹੜੇ ਕੋਮਲ ਕਮਲ ਹਨ, ਇਹ ਮਾਨੋ ਸਾਰਦਾ ਸਰਦ ਰੂਪੀ ਸਰਦ ਦੇ ਰਤ ਹੱਥ ਹਨ, ਜਿਨ੍ਹਾਂ ਦੀ ਬੜੀ ਤਕੜੀ ਦੁਤੀ ਹੈ, ਸੋਭਾ ਹੈ। ਉਜਲ ਦੇਹ ਚੰਦਰਿਕਾ ਰੂਰੀ। ਇਹ ਚੰਦਰਮਾ ਦੀ ਸੋਹਣੀ ਚਾਨਣੀ ਹੈ, ਇਹ ਮਾਨੋ ਸਰਦ ਰੂਪੀ ਜਿਹੜੀ ਸਾਰਦਾ ਹੈ, ਉਹਦੀ ਉਜਲ ਦੇਹੀ ਹੈ, ਨਿਰਮਲ ਦੇਹੀ ਹੈ। ਕਮਤੀ ਕਰਤ ਤਪਤ ਸੀ ਕੁਮਤੀ। ਆ ਜਿਹੜੀ ਖੋਟੀ ਮਤ ਰੂਪੀ ਤਪਸ਼ ਹੈ, ਉਸਨੂੰ ਇਹ ਸਰਦ ਰੂਪੀ ਜਿਹੜੀ ਸਾਰਤਾ ਹੈ, ਉਹ ਕਮਤੀ ਕਰ ਰਹੀ ਹੈ, ਦੂਰ ਕਰ ਰਹੀ ਹੈ। ਸਦਾ ਬਧਾਵਤ ਸੀਤਲ ਸੁਮਤੀ। ਸਰਦ ਰੂਪੀ ਜਿਹੜੀ ਸਾਰਦਾ ਹੈ, ਹਮੇਸ਼ਾ ਜਿਹੜੀ ਸ੍ਰੇਸ਼ਟ ਮਤ ਹੈ, ਇਹ ਸੀਤਲਤਾ ਵਧਾ ਫੈਲਾ ਰਹੀ ਹੈ। ਘਰ ਘਰ ਪਿਤਰ ਪਰਾਹੁਨ ਆਏ। ਅਸੂ ਤੇ ਕੱਤਕ ਮਹੀਨੇ ਨੂੰ ਸਰਦ ਰੁੱਤ ਕਿਹਾ ਜਾਂਦਾ ਹੈ। ਇਹ ਸਰਦ ਰੁੱਤ ਜਿਹੜੀ ਅਸੂ ਦੇ ਮਹੀਨੇ ਵਿੱਚ ਸ਼ੁਰੂ ਹੁੰਦੀ ਹੈ, ਇਸ ਕਰਕੇ ਕਹਿੰਦੇ ਅਸੂ ਦਾ ਮਹੀਨਾ ਚੜ੍ਹਨ ਕਰਕੇ, ਸਰਦ ਰੁੱਤ ਸ਼ੁਰੂ ਹੋਣ ਕਰਕੇ ਘਰਾਂ ਘਰਾਂ ਦੇ ਵਿੱਚ ਜਿਹੜੇ ਆ ਮਰੇ ਹੋਇਆ ਪਿਤਰ ਬਜ਼ੁਰਗ, ਉਹ ਪ੍ਰਾਹੁਣਿਆਂ ਵਾਂਗ ਆ ਗਏ, ਕਿਉਂਕਿ ਅਸੂ ਦੇ ਮਹੀਨੇ ਵਿੱਚ ਸ਼ਰਾਧ ਆਉਂਦੇ ਹੈ ਨਾ, ਤੇ ਘਰਾਂ ਘਰਾਂ ਵਿੱਚ ਬਜ਼ੁਰਗਾਂ ਦੇ ਨਿਮਿਤ ਕੋਈ ਭੋਜਨ ਛਕਾਇਆ ਜਾਂਦਾ ਹੈ। ਇਸ ਕਰਕੇ ਕਵੀ ਕਹਿ ਰਿਹਾ ਵੀ ਘਰਾਂ ਘਰਾਂ ਵਿੱਚ ਬਜ਼ੁਰਗਾਂ ਰੂਪੀ ਪ੍ਰਾਹੁਣੇ ਆ ਗਏ, ਸਭ ਦੇ ਘਰਾਂ ਵਿੱਚ ਬਜ਼ੁਰਗਾਂ ਨੂੰ ਦੇ ਨਿਮਿਤ ਭੋਜਨ ਛਕਾਇਆ ਜਾ ਰਿਹਾ ਹੈ। ਪੰਥੀ ਪੁਰ ਨਿਜ ਪੰਥ ਸਿਧਾਏ। ਜਿਹੜੇ ਕੋਈ ਰਾਹੀ ਪਾਂਧੀ ਹੈ, ਮੁਸਾਫਰ ਹੈ, ਜੋ ਆਪਣੇ ਥਾਵਾਂ ਵਿੱਚ ਟਿਕੇ ਸੀ, ਉਹ ਆਪੋ ਆਪਣੇ ਸ਼ਹਿਰਾਂ ਵੱਲ ਨੂੰ ਰਸਤਿਆਂ ਵਿੱਚ ਚੱਲ ਪਏ ਹਨ। ਯਾਨੀ ਜਿਹੜੇ ਬਰਸਾਤ ਰੁੱਤ ਕਰਕੇ ਰਾਹੀ ਪਾਂਧੀ ਟਿਕ ਗਏ ਸਨ, ਉਹ ਆਪੋ ਆਪਣੇ ਸ਼ਹਿਰਾਂ ਦੇ ਰਸਤਿਆਂ ਨੂੰ ਚੱਲ ਪਏ ਹਨ। ਪੂਜ ਪਾਏ ਤਾ ਚੰਡ ਗਣੇਸ਼ਾ। ਅਸੂ ਦੇ ਮਹੀਨੇ ਵਿੱਚ ਜਾਂ ਦੁਸਹਿਰਾ ਜਿਹਾ ਆਉਂਦਾ ਹੈ, ਹਿੰਦੂ ਲੋਕ ਫਿਰ ਚੰਡੀ ਨੂੰ ਪੂਜਦੇ ਆ, ਗਣੇਸ਼ ਨੂੰ ਪੂਜਦੇ ਹਨ। ਤੇ ਇਸੇ ਤਰ੍ਹਾਂ ਪਾਏ ਤਾਂ ਨਾ ਦੁਸਹਿਰੇ ਦਾ ਹੈ, ਇਹ ਚੰਡੀ ਤੇ ਗਣੇਸ਼ ਨੂੰ ਪੂਜ ਕੇ ਫਿਰ ਦੁਸਹਿਰਾ ਜਿਹਾ ਮਨਾਉਂਦੇ ਆ, ਰਾਵਣ ਦਾ ਬਣਾ ਕੇ ਉਹ ਫੋਟੋ ਜਾਂ ਉਹਨੂੰ ਅੱਗ ਜੀ ਲਾ ਕੇ। ਫਿਰ ਇਸ ਤਰ੍ਹਾਂ ਕਹਿੰਦੇ ਵੀ ਨੇਕੀ ਦੀ ਜਿੱਤ ਹੋਈ ਹੈ, ਬਦੀ ਦੀ ਹਾਰ ਹੋ ਗਈ ਹੈ।
ਸੋ ਸੋਲੇ ਗਾਉਂਦੇ ਰਾਮ ਦੇ ਤੇ ਰੋਣ ਨੂੰ ਪਿੱਟੇ ਦੁਰਗਾਂ ਲਾਣਾ ਤਾਂ ਦਿੰਦੇ ਇਹ ਦੁਸ਼ਟ ਮਾਰਿਆ ਗਿਆ ਜੀ ਖਤਮ ਹੋ ਗਿਆ ਸਾਰ ਮਾਜ ਦਿੱਤਾ ਹੈ। ਇਸ ਤਰ੍ਹਾਂ ਕਹਿੰਦੇ ਲੋਕ ਜਿਹੜੇ ਅੱਸੂ ਦੇ ਮਹੀਨੇ ਵਿੱਚ ਪਹਿਲਾਂ ਚੰਡੀ ਨੂੰ ਪੂਜਦੇ ਫਿਰ ਗਣੇਸ਼ ਨੂੰ ਮਨਾਉਂਦੇ ਹਿੰਦੂ ਲੋਕ, ਫਿਰ ਪਾਏ ਤਾਂ ਨਹੀਂ ਦਸਹਿਰਾ ਮਨਾਉਂਦੇ ਹੈ, ਉਹਨੂੰ ਅੱਗ ਲਾਉਂਦੇ ਹੈ, ਜਾਂ ਪਾਏ ਤਾਂ ਨੂੰ ਪੈਂਤੜੇ ਦਾ ਹੁੰਦਾ ਹੈ। ਜਿਹੜੇ ਰਾਜੇ ਲੋਕ ਆਪਣੇ ਜਿਹੜੇ ਵੈਰੀ ਲੋਕ ਉਹਨਾਂ ਦੇ ਦੇਸ਼ਾਂ ਨੂੰ ਜਦੋਂ ਚੜ੍ਹਾਈ ਕਰਕੇ ਜਾਣਾ ਹੁੰਦਾ ਹੈ ਫਿਰ ਉਹ ਕੋਈ ਚੰਗਾ ਮੁਹੂਰਤ ਸਲਾਹ ਲੈਂਦੇ ਜੋ ਅਸੀਂ ਲੋਕ ਦੱਸ ਦਿੰਦੇ ਵੀ ਫਲਾਣੇ ਸਮੇਂ ਤੋਂ ਚੜ੍ਹਾਈ ਕਰਨੀ। ਜੇ ਕਿਸੇ ਕਾਰਨ ਕਰਕੇ ਉਸ ਸਮੇਂ ਉਹਨਾਂ ਤੋਂ ਚੜ੍ਹਾਈ ਨਾ ਹੋ ਸਕੇ ਫਿਰ ਉਸ ਸਮੇਂ ਦੇ ਵਿੱਚ ਆਪਣੇ ਕੋਲੋਂ ਕੋਈ ਨਾ ਆਪਣਾ ਜਿਹੜਾ ਸ਼ਾਸਤਰ ਹੈ ਜਾਂ ਬਸਤਰ ਹੈ ਜਾਂ ਹੋਰ ਕੋਈ ਚੀਜ਼ ਹੈ ਉਹਨੂੰ ਉਸ ਸਮੇਂ ਵੀ ਉਹ ਤੋਰ ਦਿੰਦੇ ਸੀ, ਰਵਾਨਾ ਕਰ ਦਿੰਦੇ ਸੀ। ਜਾਂ ਘੋੜਾ ਜਿਹਦੇ ਸਵਾਰੀ ਕਰਨੀ ਹੈ ਉਹਨੂੰ ਸਜਾ ਵਜਾ ਕੇ ਸ਼ਿੰਗਾਰ ਕੇ ਹੋਰ ਜਿਹੜਾ ਸ਼ਾਸਤਰ ਬਰਤਨ ਕਤੂਰ ਹੈ ਉਹ ਬੰਨ੍ਹ ਕੇ ਨਾ ਉਹਦੇ ਨਾਲ ਉੱਤੇ ਰੱਖ ਕੇ ਤੇ ਦਾਸ ਨੂੰ ਕਹਿਣਾ ਵੀ ਇਸ ਸਮੇਂ ਵਿੱਚ ਇਹਨੂੰ ਤੂੰ ਲੈ ਜਾ। ਉਹਨੇ ਤੁਰ ਜਾਣਾ, ਆ ਫਿਰ ਮਗਰੋਂ ਚੱਲ ਪੈਣਾ। ਇਸ ਤਰ੍ਹਾਂ ਜਿਹੜੀ ਪਹਿਲਾਂ ਕੋਈ ਚੀਜ਼ ਤੋਰ ਦੇਣੀ ਉਸ ਸਮੇਂ ਦੇ ਵਿੱਚ ਉਹਨੂੰ ਪੈਤਾ ਕਹਿੰਦੇ, ਪੈਂਤੜਾ ਰੱਖਣਾ ਕਹਿੰਦੇ ਸਨ। ਇਸ ਤਰ੍ਹਾਂ ਅੱਸੂ ਦੇ ਮਹੀਨੇ ਵਿੱਚ ਕਹਿੰਦੇ ਇਹ ਜਿਹੜੇ ਰਾਜੇ ਲੋਕ ਹੈ ਬੈਰੀਆਂ ਉੱਪਰ ਚੜ੍ਹਨ ਵਾਸਤੇ ਉਹਨਾਂ ਨੇ ਵੀ ਪੈਤਾ ਰੱਖ ਦਿੱਤੇ ਹੈ, ਆਪੋ ਆਪਣੇ ਬਸਤਰ ਤੇ ਸ਼ਸਤਰ ਰਵਾਨਾ ਕਰ ਦਿੱਤੇ ਹਨ। ਰਿਪ ਦੇਸ਼ਨ ਪਰ ਚੜੇ ਨਰੇਸ਼ਾ, ਜਿਹੜੇ ਆਪਣੇ ਬੈਰੀ ਦੇਸ਼ ਉਹਨਾਂ ਉੱਪਰ ਰਾਜੇ ਚੜ ਗਏ ਫਤਿਹ ਕਰਨ ਲਈ। ਭਏ ਸੇਤ ਜਲ ਮੁਗ ਜਲ ਹੀਨਾ, ਸਰਦ ਰੁੱਤ ਦੇ ਆਉਣ ਕਰਕੇ ਅੱਸੂ ਕੱਤਕ ਦੇ ਚੜ੍ਹਨੇ ਕਰਕੇ ਜਿੰਨੇ ਬੱਦਲ ਹੈ ਜਲ ਤੋਂ ਰਹਿਤ ਹੋਣੇ ਕਰਕੇ ਸਾਰੇ ਸੇਤਕੀ ਉਜਲ ਹੋ ਗਏ, ਚਿੱਟੇ ਹੋ ਗਏ ਹਨ। ਜੋ ਧਨ ਬੇਤੀ ਬੈਸ ਬਲ ਸ਼ੀਨਾ, ਕਹਿੰਦੇ ਬੱਦਲ ਚਿੱਟੇ ਹੋ ਗਏ ਜਿਵੇਂ ਕਿਸੇ ਦੀ ਉਮਰ ਬਹੁਤੀ ਸਰੀਰ ਦੀ ਲੰਘ ਜਾਏ ਤੇ ਉਹ ਸਰੀਰ ਵਿੱਚੋਂ ਬਲ ਜਾ ਨਾਸ ਹੋ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਬਦਲਾਂ ਵਿੱਚੋਂ ਪਾਣੀ ਨਾਸ ਹੋ ਗਿਆ, ਚਿੱਟੇ ਹੋ ਗਏ ਹਨ। ਬੁੜੇ ਬਜ਼ੁਰਗ ਹੋ ਗਏ ਦਾੜੇ ਚਿੱਟੇ ਵਾਲੇ। ਨਾਸੇ ਅਲਪ ਜੰਤ ਜੇ ਰਾਸੀ, ਇਸੇ ਤਰ੍ਹਾਂ ਜਿੱਥੇ ਬਰਸਾਤ ਰੁੱਤ ਵਿੱਚ ਹਰ ਪਾਸੇ ਛੋਟੇ ਵੱਡੇ ਜੀਆ ਜੰਤ ਫਿਰਦੇ ਸੀ ਘੁੰਮਦੇ, ਉਹ ਸਰਦ ਰੁੱਤ ਆਉਣੇ ਕਰਕੇ ਅੱਸੂ ਕੱਤਕ ਦਾ ਮਹੀਨੇ ਆਉਣ ਕਰਕੇ ਜਿੰਨੇ ਛੋਟੇ ਜੀਵ ਜੰਤ ਹੈ ਉਹ ਸਾਰੇ ਕਹਿੰਦੇ ਖਤਮ ਹੋ ਗਏ, ਮਰ ਮੁੱਕ ਗਏ ਹਨ। ਜਨ ਗਿਆਨੀ ਬਾਸ਼ਨਾ ਵਿਨਾਸੀ, ਮਾਨੋ ਜਿਹੜਾ ਕੋਈ ਗਿਆਨਵਾਨ ਪੁਰਸ਼ ਹੈ ਉਹਦੀਆਂ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਸੰਸਾਰਕ ਬਾਸ਼ਨਾ ਜਿਵੇਂ ਉਹ ਖਤਮ ਹੋ ਜਾਂਦੀਆਂ, ਉਹ ਕਹਿੰਦੇ ਸਾਰੇ ਛੋਟੇ ਵੱਡੇ ਜੀ ਜੰਤ ਨਾਸ ਹੋ ਗਏ ਇਸ ਰੁੱਤ ਤੇ ਆਉਣ ਕਰਕੇ। ਦੋਹਰਾ ਸੁੰਦਰ ਸੁਖ ਮੰਦਰ ਪ੍ਰਭੂ, ਜਿਹੜੀ ਸਰਦ ਰੁੱਤ ਦੀ ਸੋਹਣੀ ਸੁੰਦਰ ਰੁੱਤ ਹੈ, ਸੁਖਾਂ ਦੇ ਮੰਦਰ ਘਰ ਪ੍ਰਭੂ ਗੁਰੂ ਨਾਨਕ ਸਾਹਿਬ ਜੀ। ਆਨੰਦ ਸਦਾ ਮੁਕੰਦ, ਜੋ ਆਨੰਦ ਹਨ, ਆਨੰਦ ਸਰੂਪ ਹੈ, ਸਦਾ ਹੀ ਮੁਕਤੀ ਦਾਤੇ ਹਨ। ਅੰਤਰ ਮੁਖ ਬ੍ਰਿਤੀ ਸਰਦ ਬ੍ਰਿਤ ਸਰਦ ਮੈਂ, ਸਰਦ ਰੁੱਤ ਦੇ ਵਿੱਚ ਆਪਣੀ ਜਿਹੜੀ ਮਨ ਦੀ ਬਿਰਤੀ ਹੈ ਉਹਨੂੰ ਅੰਦਰ ਹੀ ਰੱਖਦੇ ਹਨ, ਭਾਵ ਪਰਮੇਸ਼ਰ ਵੱਲੀ ਆਪਣੀ ਬਿਰਤੀ ਜੋੜੀ ਰੱਖਦੇ ਹਨ, ਸੰਸਾਰ ਵੱਲੀ ਬਿਰਤੀ ਲਿਆਉਂਦੇ ਹੀ ਨਹੀਂ ਹਨ। ਕੀਨੀ ਬਹੁ ਜਗ ਬੰਦ, ਜਗਤ ਦੇ ਨਮਸਕਾਰ ਕਰਨ ਯੋਗ ਨੇ ਜ਼ਿਆਦਾ ਅੰਤਰਮੁਖ ਬਿਰਤੀ ਕਰ ਲਈ ਹੈ। ਚੌਪਈ ਤੇ ਪਾਛੇ ਬੇਦੀ ਕੁਲ ਕੇਤਾ, ਇਸ ਤੇ ਬਾਅਦ ਦੇ ਜਿਹੜੇ ਬੇਦੀਆਂ ਦੇ ਕੁਲ ਦੇ ਤੁਜਾਰੂ ਭਾਵ ਜਦੋਂ ਬਿਰਸ਼ ਦੀ ਸ਼ਾਨ ਟਿਕੀ ਹੈ ਤੇ ਰਾਏ ਬਲਾਲ ਦੀ ਥਾ ਸ਼ਰਧਾ ਹੋਈ ਆਈ, ਉਸ ਤੋਂ ਬਾਅਦ ਦੇ ਵਿੱਚ ਔਡੇ ਰਹਿ ਇਕਾਂਤ ਨਿਕੇਤਾ, ਘਰ ਦੇ ਵਿੱਚ ਜਿੱਥੇ ਇਕਾਂਤ ਜਿੱਥੇ ਕੋਈ ਨਹੀਂ ਨਾ ਹੁੰਦਾ
ਉੱਥੇ ਮਹਾਰਾਜ ਘਰ ਦੇ ਵਿੱਚ ਇਕਾਂਤ ਹੋ ਕੇ ਲੇਟੇ ਰਹਿੰਦੇ ਪਣਗ ਤੇ। ਸੰਤ ਸਮਤ ਜਿਹੇ ਸੁਨਹਿ ਵਿਲੋਕਾ ਜਾਂ ਹੈ। ਘਰ ਦੇ ਵਿੱਚ ਉਹ ਸੁਣ ਲੈਂਦੇ ਹੈ ਵੀ ਫਲਾਣੇ ਥਾਂ ਸ੍ਰੇਸ਼ਟ ਮਤ ਵਾਲਾ ਚੰਗੀ ਅਕਲ ਬੁੱਲ ਵਾਲਾ ਸਾਧੂ ਸੰਤ ਆਇਆ ਹੈ। ਕਹਿੰਦੇ ਜਿੱਥੇ ਸੁਣਦੇ ਆ ਜਿੱਥੇ ਕੋਈ ਸਾਧੂ ਹੈ ਉਹਨੂੰ ਜਾ ਵੇਖਦੇ ਹਨ। ਤਹ ਜਾਵਹਿ ਕਬ ਕਬ ਤਜ ਓਕਾ ਹਾਂ, ਹੈ। ਕਦੇ ਕਦੇ ਆਪਣਾ ਘਰ ਜਾ ਛੱਡ ਕੇ ਉਹ ਸਾਧੂ ਸੰਤ ਕੋਲ ਚਲੇ ਜਾਂਦੇ ਹਨ। ਕਰਤ ਸਦਾ ਸੰਤਨ ਕੀ ਸੰਗਤ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਹੋਰ ਲੋਕਾਂ ਨੂੰ ਸਿੱਖਿਆ ਦੇਣ ਵਾਸਤੇ ਸਾਧੂਆਂ ਦੀ ਸੰਗਤ ਕਰਦੇ ਹਨ। ਨਹਿ ਬੈਠੈ ਆਗਿਆਨਤ ਪੰਗਤ। ਜਿਹੜੇ ਅਗਿਆਨੀ ਲੋਕ ਉਹਨਾਂ ਦੀ ਸਭਾ ਵਿੱਚ ਨਹੀਂ ਬੈਠਦੇ, ਉਹਨਾਂ ਦੀ ਸੱਥ ਵਿੱਚ ਨਹੀਂ ਬੈਠਦੇ। ਜਿਹੜੇ ਕੋਈ ਗੱਪ ਮਾਰਨ ਵਾਲੇ ਤਾਸਾਂ ਖੇਡਣ ਵਾਲੇ ਨਿਰੰਕਾਰ ਕੀ ਕੀਰਤ ਗਾਥਾ। ਸਾਧੂਆਂ ਸੰਤਾਂ ਨਾਲ ਮਿਲ ਕੇ ਜਿਹੜਾ ਨਿਰੰਕਾਰ ਵਾਹਿਗੁਰੂ ਉਹਦੀ ਜਿਹੜੀ ਕਥਾ ਵਾਰਤਾ ਸੁੰਦਰ ਵਡਿਆਈ ਕਹੈ ਸੁਨਹਿ 300 ਹਿਤ ਸਾਥਾ। ਬੜੇ ਪ੍ਰੇਮ ਨਾਲ ਆਪਣੇ ਵੱਲੋਂ ਵੀ ਕਹਿੰਦੇ ਆ ਵਾਹਿਗੁਰੂ ਦੀ ਕੀਰਤੀ ਮਹਿਮਾ ਵਡਿਆਈ ਉਹਨਾਂ ਤੋਂ ਸੁਣਦੇ ਵੀ ਹਨ। ਰੀਤ ਬਿਰਕਤਨ ਕੀ ਚਿਤ ਧਾਰੀ। ਜਿਵੇਂ ਕੋਈ ਬ੍ਰਗਤ ਲੋਕ ਹੁੰਦੇ ਆ ਬਰਾਗੀ ਤਿਆਗੀ ਹੁੰਦੇ ਹਨ, ਇਹੋ ਜਿਹੀ ਰੀਤੀ ਮਹਾਰਾਜ ਨੇ ਧਾਰਨ ਕਰ ਲਈ ਹੈ। ਤਜੇ ਜੰਜਾਰ ਜੋ ਹਤੇ ਸੁਤੇ ਸੰਸਾਰੀ। ਜਿਹੜੇ ਸੰਸਾਰੀ ਕਹਿੰਦੇ ਜੰਜਾਲ ਹੈ ਫਾਹੇ ਹੈ ਕੰਮ ਧੰਦੇ ਹੈ ਸਭ ਕਰਨੇ ਮਹਾਰਾਜ ਨੇ ਛੱਡ ਦਿੱਤੇ ਹੋਏ। ਬੈਸ ਗੋਤ ਧਨ ਜਾਤ ਸਮਾਨਾ। ਜਿਹੜੇ ਕੋਈ ਉਮਰ ਦੇ ਸਮਾਨ ਦੇ ਇੱਕ ਉਮਰ ਦੇ ਹਨ, ਜਿਨ੍ਹਾਂ ਦਾ ਗੋਤ ਵੀ ਇੱਕ ਸਿੱਕੋ ਬਰਾਬਰ ਹੈ, ਧਨ ਵਿੱਚ ਵੀ ਸਮਾਨ ਹੈ ਬਰਾਬਰ ਹੈ। ਇਸੇ ਤਰ੍ਹਾਂ ਜਾਤੀ ਵਿੱਚ ਵੀ ਜਿਹੜੇ ਕੋਈ ਬਰਾਬਰ ਦੇ ਹਨ, ਜਿਹੜੀ ਵੇਦੀਆਂ ਦੀ ਵੰਸ਼ ਵਿੱਚੋਂ ਹੀ ਹਨ ਤੇ ਵੇਦੀਆਂ ਦੀ ਵੰਸ਼ ਦਾ ਜਿਵੇਂ ਗੋਤ ਹੈ ਉਹ ਜਿਹੇ ਜਿਨ੍ਹਾਂ ਦਾ ਗੋਤ ਹੈ, ਉਮਰ ਵੀ ਜਿਵੇਂ ਮਹਾਰਾਜ ਦੀ ਇਸ ਤਰ੍ਹਾਂ ਉਸ ਬਰਾਬਰ ਦੇ ਉਮਰ ਦੇ ਹਨ। ਜਿਹੜੇ ਕੋਈ ਨਾਲ ਦੇ ਸਾਥੀ ਬਚਨ ਸੁਨਨ ਕੀ ਜਿਨ ਰਚਨਾਨਾ। ਜਿਨ੍ਹਾਂ ਬੱਚਿਆਂ ਨੂੰ ਮਹਾਰਾਜ ਦੇ ਪਹਿਲਾਂ ਨਾਲ ਰਹਿੰਦੇ ਸੀ ਉਹ ਉਮਰ ਦੇ ਸਾਥੀ ਤੇ ਮਹਾਰਾਜ ਦੇ ਬਚਨ ਸੁਣਦੀ ਜਿਨ੍ਹਾਂ ਨੂੰ ਹਮੇਸ਼ਾ ਰੁਚੀ ਹੁੰਦੀ ਸੀ ਤਰ੍ਹਾਂ ਤਰ੍ਹਾਂ ਦੇ ਬਚਨ ਮਹਾਰਾਜ ਦੇ ਸੁਣੀਏ। ਬੈਸਹਿ ਪਾਸ ਆਨ ਕਰ ਸੋ। ਉਹ ਜਿਹੜੇ ਸਮਾਨ ਉਮਰ ਦੇ ਬਰਾਬਰ ਉਮਰ ਦੇ ਪੁਰਸ਼ ਆ ਕੇ ਮਹਾਰਾਜ ਕੋਲ ਬੈਠ ਜਾਂਦੇ। ਬਾਲਪਨੇ ਮਹਿ ਖੇਲਤ ਜੋ। ਪਹਿਲਾਂ ਜੋ ਬਾਲਕ ਉਮਰਾਂ ਵਿੱਚ ਮਹਾਰਾਜ ਦੇ ਨਾਲ ਖੇਡਦੇ ਹੁੰਦੇ ਸੀ, ਹੱਸਦੇ ਹੁੰਦੇ ਸੀ। ਉਦਾਸੀਨ 300 ਤਬ ਐਸੇ। ਉਹਨਾਂ ਬੱਚਿਆਂ ਨਾਲ ਜਿਨ੍ਹਾਂ ਨਾਲ ਖੇਲਦੇ ਸੀ ਉਹਨਾਂ ਨਾਲੋਂ ਵੀ ਹੁਣ ਵੱਲੋਂ ਵੀ ਹੁਣ ਇਸ ਤਰ੍ਹਾਂ ਜਾਂ ਉਪਰਾਮ ਰਹਿੰਦੇ ਹਨ। ਬਿਨਾ ਚਨਾਰੀ ਮਿਲ ਹੈ ਜੈਸੇ। ਇਸ ਤਰ੍ਹਾਂ ਕਹਿੰਦੇ ਕੋਈ ਜਾਣ ਪਛਾਣ ਹੋਵੇ ਨਾ ਉਸਨੂੰ ਆਪਾਂ ਮਿਲੀਏ ਜੁੜੀਏ। ਇਸ ਤਰ੍ਹਾਂ ਜਾਣ ਪਛਾਣ ਤੋਂ ਬਗੈਰ ਹੀ ਉਹਨਾਂ ਨੂੰ ਮਿਲਦੇ, ਉਹਨਾਂ ਨੂੰ ਕੋਈ ਸਤਿ ਸ੍ਰੀ ਅਕਾਲ ਜੋ ਜੀ ਆਇਆਂ ਨਹੀਂ ਕਹਿੰਦੇ ਹਨ। ਅਸਵਿਦ ਦੇਖ ਮਾਤ ਮਨ ਚਿੰਤਾ। ਇਸ ਤਰ੍ਹਾਂ ਮਹਾਰਾਜ ਦਾ ਰੀਤੀ ਜੀ ਦੇਖ ਕੇ ਮਾਤਾ ਤ੍ਰਿਪਤਾ ਦੇ ਮਨ ਵਿੱਚ ਬੜੀ ਚਿੰਤਾ ਹੋ ਗਈ ਨਿਕਟ ਜਹ ਹੁਤੇ ਅਕੰਤਾ। ਇੱਕ ਦਿਨ ਜਿੱਥੇ ਗੁਰੂ ਮਹਾਰਾਜ ਇਕੱਲੇ ਪਏ ਉੱਥੇ ਚਲੇ ਗਏ ਹਨ। ਦਸ਼ਾ ਦੇਖ ਸੁਤ ਕੀ ਵਿਸਮਾਨੀ। ਆਪਣੇ ਪੁੱਤਰ ਦੀ ਇਸ ਤਰ੍ਹਾਂ ਦੀ ਹਾਲਤ ਦੇਖ ਕਿ ਹੱਕੀ ਬੱਕੀ ਹੋ ਗਈ, ਹੈਰਾਨ ਹੋ ਗਈ ਹੈ। ਬੋਲੀ ਮਹਾਪ੍ਰੀਤ ਮੈਂ ਬਾਨੀ। ਬੜੀ ਪ੍ਰੀਤੀ ਵਿੱਚ ਆ ਕੇ ਉਹ ਬਚਨ ਬਾਣੀ ਬੋਲੇ ਮਾਤਾ ਜੀ। ਸੁਨਹੁ ਤਾਤ ਚਿਤ ਬਾਤ ਵਿਚਾਰੋ। ਇਹ ਪੁੱਤਰ ਸੁਣੋ, ਤੁਸੀਂ ਚਿੱਤ ਵਿੱਚ ਜਿਹੜੀ ਗੱਲਬਾਤ ਉਹਨੂੰ ਸੋਚੋ ਵਿਚਾਰੋ। ਨਿਜ ਕਾਰਜ ਕੀਜੈ ਨਿਰਧਾਰੋ। ਜਿਹੜਾ ਆਪਣਾ ਘਰ ਦਾ ਕੰਮ ਧੰਦਾ ਉਹ ਸੋਚ ਸਮਝ ਕੇ ਤੁਸੀਂ ਕਰਿਆ ਕਰਾਇਆ ਕਰੋ। ਤੁਝ ਕਿਉ ਬਨੈ ਫਕੀਰਨ ਸੰਗਾ। ਇਸ ਪੁੱਤਰ ਤੁਹਾਡਾ ਜਿਹੜਾ ਫਕੀਰਾਂ ਨਾਲ ਸੰਗ ਕਰਨਾ, ਉਹਨਾਂ ਵਿੱਚ ਬੈਠਣਾ ਉੱਠਣਾ ਭਲਾ ਕਿਵੇਂ ਚੰਗਾ ਬਣਦਾ, ਕਿਵੇਂ ਸਜਦਾ ਹੈ। ਗ੍ਰਹਿਸਤ ਕਾਜ ਕਰੀਏ ਸੋ ਉਮੰਗਾ। ਜਿਵੇਂ ਗ੍ਰਸਤੀ ਲੋਕ ਕਰਦੇ ਕੰਮ ਕਾਜ ਕਰਦੇ ਇਸ ਤਰ੍ਹਾਂ ਉਤਸ਼ਾਹ ਨਾਲ
ਘਰ ਦੇ ਕੰਮ ਤਨ ਗ੍ਰਸਤੀਆਂ ਵਾਂ ਕਰਿਆ ਕਰਾਇਆ ਕਰੋ। ਕ੍ਰਿਖੀ ਕਰਨ ਕੀ ਜੇ ਨਹਿ ਪ੍ਰੀਤੀ। ਇਸ ਪੁੱਤਰ ਗੁਰੂ ਨਾਨਕ ਸਾਹਿਬ ਜੇ ਖੇਤੀ ਕਰਨ ਦੀ ਤੁਹਾਡੇ ਅੰਦਰ ਪ੍ਰੀਤੀ ਹੈ ਨਹੀਂ, ਇੱਛਾ ਹੈ ਨਹੀਂ, ਬਨ ਜਾਹ ਬਨਜ ਸਿਖੋ ਅਸ ਰੀਤੀ। ਐਸੀ ਰੀਤੀ ਸਿੱਖ ਲਓ ਵੀ ਸੌਦਾ ਕਿਤੋਂ ਖਰੀਦ ਲਿਆ ਕਰੋ, ਕਿਤੇ ਜਾ ਕੇ ਉਹਨੂੰ ਵੇਚਿਆ ਕਰੋ। ਇਸ ਤਰ੍ਹਾਂ ਵਪਾਰੀਆਂ ਵਾਂਗੂ ਕਰ ਲੋ, ਬਿਜ਼ਨਸਮੈਨ ਬਣ ਜਾਓ। ਕਰਹੁ ਕਾਰ ਕੋ ਹੋਏ ਸੁਚੇਤਾ। ਫਿਰ ਜਿਹੜਾ ਬਿਜ਼ਨਸਮੈਨ ਦਾ ਕੰਮ ਥੋੜਾ ਜਿਹਾ ਚੁਸਤ ਹੋ ਕੇ ਕਰਨਾ ਪੈਂਦਾ, ਸਾਵਧਾਨ ਹੋ ਕੇ ਕਰਿਆ ਕਰਾਇਆ ਕਰੋ ਇਹ ਕੰਮ। ਖਰਚ ਸੰਭਾਰਹੁ ਆਪਣੇ ਨਿਕੇਤਾ। ਆਪਣੇ ਘਰ ਦਾ ਜਿਹੜਾ ਕੋਈ ਖਰਚ ਹੈ, ਹੁਣ ਤੁਸੀਂ ਸਿਆਣੇ ਇਹਨੂੰ ਸੰਭਾਲੋ, ਆਪਣੇ ਜਿੰਮੇ ਲਾਓ। ਕਰ ਉਪਾਏ ਜਬ ਦਰਬ ਉਪਾਵਹੁ। ਇਸ ਪੁੱਤਰ ਇੱਕ ਗੱਲ ਇਹ ਵੀ ਹੈ, ਜਿਸ ਵੇਲੇ ਤੁਸੀਂ ਇਸ ਤਰ੍ਹਾਂ ਦਾ ਉਪਲਾਲਾ ਹੀਲਾ ਜਾਂ ਕੋਈ ਸੌਦਾ ਪੱਤਾ ਖਰੀਦ ਕੇ ਫਿਰ ਵੇਚ ਕੇ ਮਾਇਆ ਪੈਦਾ ਕਰ ਲਵੋਗੇ। ਭਲ ਬਿਦ ਸੰਚਹੁ ਨਿਜ ਘਰ ਲਿਆਵਹੁ। ਚੰਗੀ ਤਰ੍ਹਾਂ ਧਨ ਇਕੱਠਾ ਕਰਕੇ ਫਿਰ ਆਪਣੇ ਘਰ ਦੇ ਵਿੱਚ ਲੈ ਕੇ ਆਓਗੇ। ਕੋ ਖਤਰੀ ਤਬ ਕਰਹਿ ਨਿਹਾਰੂ। ਫਿਰ ਜਿਹੜਾ ਕੋਈ ਖੱਤਰੀ ਆ ਉਹ ਤੁਹਾਡੇ ਵੱਲੋਂ ਵੀ ਧਨ ਕਮਾ ਕੇ ਲਿਆਇਆ, ਇਹਨਾਂ ਦਾ ਪੁੱਤਰ ਉਹ ਦੇਖਣਾ ਕਰੇਗਾ। ਲਖ ਹੈ ਕਮਾਊ ਸਹਿ ਪਰਵਾਰੂ। ਫਿਰ ਉਹ ਜਾਣੇਗਾ ਵੀ ਇਹਨਾਂ ਦਾ ਪਿਓ ਵੀ ਪਟਵਾਰੀ ਹੈ, ਕੰਮ ਕਰਕੇ ਮਾਇਆ ਇਕੱਠੀ ਕਰਦਾ। ਇਹਨਾਂ ਦੇ ਪੁੱਤਰ ਜਿਹੜੇ ਉਹ ਵੀ ਮਾਇਆ ਇਕੱਠੀ ਕਰਕੇ ਲਿਆ ਰਹੇ, ਬਿਜ਼ਨਸਮੈਨ ਹੈ। ਨਿਜ ਤਨੀਆ ਤੁਝ ਦੇ ਵਿਵਾਹੀ। ਫਿਰ ਮਹਾਰਾਜ ਤੁਹਾਨੂੰ ਕੋਈ ਨਾ ਕੋਈ ਖੱਤਰੀ ਦੇਖ ਕੇ ਆਪਣੀ ਲੜਕੀ ਵਿਆਹ ਦੇਵੇਗਾ। ਸੁਜਸ ਹੋਏ ਸਭ ਲੋਕਨ ਮਾਹੀ। ਜਦੋਂ ਵਿਆਹ ਹੋ ਗਿਆ ਫਿਰ ਸਾਡਾ ਵੀ ਤੁਹਾਡਾ ਵੀ ਲੋਕਾਂ ਵਿੱਚ ਜਸ ਹੋਊਗਾ ਬਹੁਤ। ਅਬ ਕਾਜਨ ਤੇ ਲਖ ਹੈ ਉਦਾਸੂ। ਹੁਣ ਤਾਂ ਜਿਹੜੇ ਕੋਈ ਘਰ ਦੇ ਕੰਮ ਧੰਦੇ ਉਹਨਾਂ ਤੋਂ ਤੁਸੀਂ ਕਹਿੰਦੇ ਉਦਾਸ ਹੀ ਜਾਣੇ ਸਮਝੇ ਜਾਣੇ। ਮਿਲ ਘਰ ਮਨ ਜੋ ਕਰ ਹੈ ਉਪਹਾਸੂ। ਜਿਹੜੇ ਆਂਢ ਗੁਆਂਢ ਦੇ ਲੋਕ ਮਿਲ ਕੇ ਨਾ ਇਕੱਠਿਆਂ ਹੋ ਕੇ ਮਖੌਲ ਕਰਦੇ ਹੱਸਦੇ ਆ। ਕਹਿ ਨਿਲਾਇਕ ਤਿੰਨ ਕੋ ਤਾਤਾ। ਹਾਸਾ ਕਹਿੰਦੇ ਵੀ ਇਹ ਕਾਲੂ ਦਾ ਜਿਹੜਾ ਪੁੱਤਰ ਗੁਰੂ ਨਾਨਕ ਉਹ ਤਾਂ ਨਲਾਇਕ ਹੈ। ਕਛੂ ਨ ਕ੍ਰਿਤ ਕਰਨ ਕੀ ਗਿਆਤਾ। ਇਸ ਨੂੰ ਤਾਂ ਘਰ ਦਾ ਕੰਮ ਧੰਦਾ ਜਾਂ ਬਿਜ਼ਨਸ ਕਰਨ ਦਾ ਕੋਈ ਸਮਝ ਸੋਝੀ ਹੈ ਨਹੀਂ। ਲਖ ਹੈ ਦਾਰ ਦੀ ਕੋ ਮਤ ਹੀਨਾ। ਕੋਈ ਜਾਣਦਾ ਵੀ ਇਹ ਤਾਂ ਜਿਹੜਾ ਕਾਲੂ ਦਾ ਸੁਪੁੱਤਰ ਹੈ ਬੜਾ ਆਲਸੀ ਦਿੱਦੀ ਹੈ। ਕੋਈ ਕਹਿੰਦਾ ਇਹ ਤਾਂ ਅਕਲ ਤੋਂ ਹੀਣਾ ਹੈ। ਕੋ ਭਾਖ ਹੈ ਇਹ ਬਲ ਤੇ ਛੀਨਾ। ਕੋਈ ਉਹ ਕਹਿੰਦਾ ਵੀ ਇਹ ਤਾਂ ਬਲ ਤੋਂ ਰਹਿ ਤਾਂ ਨਕਮਾ ਹੀ ਹੈ। ਬਜਰ ਸਮਾਨ ਬਚਨ ਉਪਹਾਸੂ। ਉਹ ਜਿਹੜੇ ਆਂਢ ਗੁਆਂਢ ਦੇ ਕਹਿੰਦੇ ਠੱਠੇ ਮਖੌਲ ਦੇ ਬਚਨ ਕਰਦੇ ਆ ਸਾਨੂੰ, ਕਹਿੰਦੇ ਜਿਵੇਂ ਕਿਸੇ ਤੇ ਬਿਜਲੀ ਆ ਕੇ ਡਿੱਗ ਪਏ ਜਾਂ ਬੱਜਰ ਸ਼ਾਸਤਰ ਵੱਜੇ ਹੋਣ ਲੱਗਦੇ। ਕਹਿ ਸ਼ਰੀਕ ਈਰਖਾ ਜਾਸੂ। ਜਿਨ੍ਹਾਂ ਦੇ ਹਿਰਦਿਆਂ ਵਿੱਚ ਕਹਿੰਦੇ ਈਰਖਾ ਨਾ, ਉਹ ਇਹੋ ਜਿਹੇ ਬਚਨ ਮਖੌਲ ਕਰ ਕਰਕੇ ਸਾਨੂੰ ਕਹਿੰਦੇ ਤਾਨੇ ਜੇ ਮਾਰਦੇ। ਹਮ ਔਰ ਜਰੇ ਜਾਏ ਸੋ ਕੈਸੇ। ਇਸ ਪੱਤਰ ਦੇਖ ਉਹ ਇਹੋ ਜਿਹੇ ਜਿਹੜੇ ਹਾਸੇ ਮਖੌਲ ਦੇ ਬਚਨ ਸਾਡੇ ਹਿਰਦੇ ਵਿੱਚ ਭਲਾ ਕਿਵੇਂ ਸਹਾਰੇ ਜਾ ਸਕਦੇ। ਦੁਖ ਹੈ ਬਦਰ ਢਿਗ ਰੰਬਾ ਜੈਸੇ। ਇਸ ਤਰ੍ਹਾਂ ਬੇਰੀ ਦੇ ਕੋਲ ਕਹਿੰਦੇ ਕੇਲਾ ਖੜੋਤਾ ਹੋਵੇ, ਉਹ ਕਹਿੰਦੇ ਉਹ ਝੂਲਾ ਉਹ ਚੀਰੀ ਹੈ, ਹਵਾ ਕਰਕੇ ਬੇਰੀ ਜੀ ਹਵਾ ਕੇਲਾ ਝੂਲਦਾ, ਬੇਰੀ ਚੀਰੀ ਜਾਂਦੀ ਹੈ ਕੰਡਿਆਂ ਨਾਲ ਉਹਨੂੰ। ਕਹਿੰਦਾ ਇਸ ਤਰ੍ਹਾਂ ਕਹਿੰਦੇ ਜਿਵੇਂ ਬੇਰੀ ਦੇ ਕੋਲ ਕੇਲਾ ਦੁਖੀ ਹੁੰਦਾ, ਉਹ ਜਿਹੜੇ ਆਂਢ ਗੁਆਂਢ ਦੇ ਲੋਕ ਈਰਖਾਲੂ ਬੇਰੀ ਵਰਗੇ ਹੈ। ਤੁਸੀਂ ਤੇ ਅਸੀਂ ਕੇਲੇ ਵਰਗੇ, ਅਸੀਂ ਦੁਖੀ ਹੁੰਨੇ ਆ ਸਾਰੇ। ਸੰਗਤ ਤਜਹੁ ਫਕੀਰ ਨਕੇਰੀ। ਇਸ ਕਰਕੇ ਸੁਪੁੱਤਰ ਮੈਂ ਤਾਂ ਇਹ ਕਹਾਂਗੀ ਵੀ ਜਿਹੜੇ ਫਕੀਰ ਲੋਕ ਸਾਧੂ ਲੋਕ ਇਹਨਾਂ ਦੀ ਸੰਗਤ ਇਹਨਾਂ ਵਿੱਚ ਬੈਠਣਾ ਉੱਠਣਾ ਤੁਸੀਂ ਛੱਡ ਦਿਓ। ਪੰਕਤ ਬੈਸਹੁ ਗਿਆਤੇ ਨਹੇਰੀ। ਜਿਹੜੇ ਸਾਡੇ ਸੰਬੰਧੀ ਇਹਨਾਂ ਦੀ ਪੰਗਤ ਵਿੱਚ ਇਹਨਾਂ ਦੀ ਸਭਾ ਵਿੱਚ ਬੈਠਿਆ ਕਰੋ।
ਜੋ ਨਿਜ ਨਿਜ ਕਰਹੀ ਸੋ ਕਾਜਾ। ਇਸ ਤਰ੍ਹਾਂ ਸਾਡੇ ਸੰਬੰਧੀ ਆਂਢ ਗੁਆਂਢ ਦੇ ਲੋਕ ਆਪੋ ਆਪਣੇ ਕੰਮ ਧੰਦੇ ਕਰਦੇ ਨੇ। ਤਿਉ ਤੁਮ ਕਰਹੁ ਤਾਤ ਲਖ ਲਾਜਾ। ਇਸ ਪੁੱਤਰ ਲੋਕ ਲੱਜਿਆ ਜਾਣ ਕੇ ਜਾਂ ਪਿਓ ਦੀ ਲੱਜਿਆ ਨੂੰ ਜਾਣ ਕੇ ਇਹੋ ਜਿਹਾ ਕੰਮ ਜਿਵੇਂ ਲੋਕ ਕਰਦੇ ਆਪੋ ਆਪਣਾ ਤੁਸੀਂ ਵੀ ਕਰਿਆ ਕਰਾਇਆ। ਸੁਨੈ ਸਭੈ ਬਚ ਜੇ ਕਹਿ ਮਾਤਾ। ਜਿਹੜੇ ਕੋਈ ਬਚਨ ਮਾਤਾ ਨੇ ਕਹੇ ਆ ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਸੁਣ ਤਾਂ ਲਏ। ਚਿਤ ਨ ਲੱਗਿਆ ਕੋ ਬਾਤਾ। ਮਾਤਾ ਦੀ ਜਿਹੜੀ ਗੱਲ ਹੈ ਚਿੱਤ ਵਿੱਚ ਕੋਈ ਵੀ ਚੰਗੀ ਨਹੀਂ ਲੱਗੀ ਹੈ। ਪੁਨ ਪੜ ਰਹੇ ਪਾਏ ਮੁਖ ਬਸਨਾ। ਮਾਤਾ ਦੀ ਗੱਲਬਾਤ ਸੁਣ ਕੇ ਮੂੰਹ ਤੇ ਕਪੜਾ ਜਾ ਪਾ ਕੇ ਫਿਰ ਉਸੇ ਤਰ੍ਹਾਂ ਲੰਮੀਆਂ ਤਾਣ ਕੇ ਪੈ ਰਹੇ। ਤੂਸ਼ਨ ਭਏ ਸੋ ਬੋਲੇ ਕਸ ਨਾ। ਹਾਂ ਚੁੱਪ ਹੀ ਹੋ ਗਏ। ਮਾਤਾ ਨੂੰ ਕੋਈ ਬਚਨ ਨਹੀਂ ਬੋਲੇ, ਕੋਈ ਜਵਾਬ ਨਹੀਂ ਦਿੱਤਾ। ਪਰਾ ਭਗਤ ਮਹਿ ਭਗਤ ਦਸ਼ਾਸੀ। ਇਸ ਤਰ੍ਹਾਂ ਕਹਿੰਦੇ ਜਿਹੜਾ ਪਰਾ ਭਗਤੀ ਵਿੱਚ ਚਲਾ ਗਿਆ ਹੋਵੇ ਨਾ, ਇੱਕ ਪ੍ਰੇਮਾ ਭਗਤੀ, ਉਹ 10ਵੀਂ 11 ਪ੍ਰਕਾਰ ਦੀ ਜਿਹੜੀ ਭਗਤੀ ਹੈ, ਉਹ ਨਾਰਦ ਮੁਨੀ ਨੇ ਇੱਕ ਪੰਚ ਰਾਤਰੀ ਗ੍ਰੰਥ ਲਿਖਿਆ, ਉਹਦੇ ਵਿੱਚ 11 ਪ੍ਰਕਾਰ ਦੀ ਭਗਤੀ ਹੈ। ਜਿਹੜਾ ਕੋਈ ਸੁਣਨਾ ਹੈ ਧਿਆਨ ਦੇ ਕੇ, ਇਹ ਵੀ ਇਹ ਸਰਵਣ ਭਗਤੀ ਹੈ। ਜਿਵੇਂ ਅਸੀਂ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਦੇ ਹਾਂ, ਮੱਥਾ ਟੇਕਦੇ ਹਾਂ, ਫਿਰ ਚੌਰ ਕਰਦੇ ਹਾਂ, ਪਰਿਕਰਮਾ ਕਰਦੇ ਹਾਂ, ਇਸੇ ਤਰ੍ਹਾਂ ਫੁੱਲ ਵਗੈਰਾ ਭੇਟਾ ਕਰਦੇ ਹਾਂ, ਕੜਾਹ ਪ੍ਰਸ਼ਾਦੀ ਦੇਗ ਲਿਆ ਕੇ ਭੋਗ ਲਵਾਉਂਦੇ। ਇਹ ਡੋਡੀ ਹੈ, ਇਹਨਾਂ ਨੂੰ ਭਗਤੀ ਕਿਹਾ ਹੈ। ਸੋ ਇਸ ਤਰ੍ਹਾਂ ਹੀ ਉਹਦੇ ਵਿੱਚ 11 ਪ੍ਰਕਾਰ ਦੀ ਭਗਤੀ ਲਿਖੀ ਹੈ। 10ਵੀਂ ਹੈ ਪ੍ਰੇਮਾ ਭਗਤੀ, 11ਵੀਂ ਹੈ ਪਰਾ ਭਗਤੀ। ਪਰਾ ਭਗਤੀ ਉਹ ਹੈ ਜਿੱਥੇ ਸੰਸਾਰੀ ਕੋਈ ਫੁਰਨਾ ਨਾ ਉੱਠੇ, ਉਹ ਫੁਰ ਹੋ ਜਾਏ ਮਨੁੱਖ। ਸੋ ਇਸ ਕਰਕੇ ਜਿਵੇਂ ਕਹਿੰਦੇ ਪਰਾ ਭਗਤੀ ਵਿੱਚ ਗਿਆ ਹੋਇਆ ਜਿਹੜਾ ਭਗਤ, ਉਹਦੀ ਜਿਵੇਂ ਹਾਲਤ ਹੁੰਦੀ ਹੈ ਨਾ, ਇਸ ਤਰ੍ਹਾਂ ਗੁਰੂ ਮਹਾਰਾਜ ਦੇ ਆਪਣੀ ਅਵਸਥਾ ਦੀ ਹਾਲਤ ਜੀ ਕੀਤੀ ਹੈ। ਕੋਈ ਫੁਰਨਾ ਨਹੀਂ ਕਰਨ ਕਰਾਉਣ ਦਾ ਕਰ ਰਹੇ ਹਨ। ਤਸ ਬਿਦ ਕੀਨੀ ਸ੍ਰੀ ਸੁਖ ਰਾਸੀ। ਜਿਵੇਂ ਪਰਾ ਭਗਤ ਆਵੇ, ਭਗਤੀ ਕਰਨ ਵਾਲਾ ਜਿਹੜਾ ਭਗਤ, ਉਹਦੀ ਅਵਸਥਾ ਹੁੰਦੀ, ਹਾਲਤ ਹੁੰਦੀ ਇਸ ਤਰ੍ਹਾਂ ਦੀ ਜਿਹੜੀ ਮਹਾਰਾਜ ਨੇ ਜੋ ਸੁਖਾਂ ਦੇ ਰਾਸੀ ਖਜ਼ਾਨਾ, ਸੁਖਾਂ ਦੀ ਪੂੰਜੀ ਰੂਪ ਗੁਰੂ ਨਾਨਕ ਹੈ, ਉਹਨਾਂ ਨੇ ਆਪਣੀ ਅਵਸਥਾ ਜੀ ਹਾਲਤ ਜੀ ਕਰ ਲਈ ਹੈ। ਰੈਨ ਦਿਵਸ ਪਰ ਰਹਿ ਨਿਕੇਤਾ। ਰਾਤ ਹੋਵੇ ਦਿਨ ਹੋਵੇ ਘਰ ਦੇ ਵਿੱਚ ਲੰਮੀਆਂ ਤਾਣ ਕੇ ਪਏ ਰਹਿੰਦੇ। ਵਿਚਰ ਨ ਬੋਲੇ ਕਬ ਹੈ ਸੁਚੇਤਾ। ਬਾਹਰ ਜਾ ਕੇ ਕਹਿੰਦੇ ਫਿਰਦੇ ਨਹੀਂ ਹੈ, ਨਾ ਕੋਈ ਸਾਵਧਾਨ ਹੋ ਕੇ ਫਿਰਦੇ ਤੁਰਦੇ ਕਿ ਬਚਨੀ ਬੋਲਦੇ ਹੈ। ਭੇ ਉਨ ਮਤ ਨਿਮਗਨ ਆਨੰਦਾ। ਆ ਮਸਤਾਨੇ ਦੀਵਾਨੇ ਜੇ ਹੋ ਗਏ, ਆਪਣੇ ਨਵੰਦ ਵਿੱਚ ਹੀ ਮਗਨ ਰਹਿੰਦੇ, ਵਿਸ਼ੇਸ਼ ਕਰਕੇ ਲੀਨ ਰਹਿੰਦੇ, ਮਸਤ ਰਹਿੰਦੇ। ਸਰੋਜ ਲਖ ਹੈ ਨਾਰ ਤਨ ਸੁਖ ਕੰਦਾ। ਜਿਹੜੇ ਆਏ ਭੋਈ ਦੀ ਤਲਵੰਡੀ ਦੇ ਪੁਰਸ਼ ਹੈ, ਉਹ ਕਹਿੰਦੇ ਇਹ ਜਿਹੜੇ ਸੁਖਦਾਤੇ ਗੁਰੂ ਨਾਨਕ, ਇਹਨਾਂ ਦੇ ਸਰੀਰ ਨੂੰ ਵੀ ਕੋਈ ਰੋਗ ਲੱਗ ਗਿਆ, ਇਹ ਰੋਗੀ ਹੋ ਗਏ ਹਨ। ਨਗਰ ਦੇ ਲੋਕ ਇਹਨਾਂ ਨੂੰ ਰੋਗੀ ਸਮਝਦੇ ਹਨ। ਖਾਨ ਪਾਨ ਨਹਿ ਰੁਚ ਸੋ ਕਰਹਿ। ਇਸੇ ਕਰਕੇ ਗੁਰੂ ਨਾਨਕ ਸਾਹਿਬ ਰੁਚੀ ਨਾਲ ਚਾਹਨਾ ਨਾਲ ਕੋਈ ਖਾਣਾ ਪੀਣਾ ਨਹੀਂ ਕਰਦੇ। ਸ਼ਾਂਤ ਸ਼ਾਂਤ ਬ੍ਰਿਤ ਮੁਖ ਤੂਸ਼ਨ ਧਰਹਿ। ਸ਼ਾਂਤੀ ਬਿਰਤੀ ਹੈ, ਮੁਖੋਂ ਚੁੱਪ ਜੀ ਧਾਰੀ ਰੱਖਦੇ ਹੈ। ਮਾਤ ਆਨ ਬਹੁ ਕਰ ਕਰ ਹੇਤੂ। ਮਾਤਾ ਦੋਵੇਂ ਸਮੇਂ ਆ ਕੇ ਬਹੁਤਾ ਹੇਤ ਮੋਹ ਪ੍ਰੇਮ ਕਰਕੇ ਆਸਨ ਖੁਆਵਹਿ ਮਧੁਰ ਸਮੇਤੂ। ਜਿਹੜਾ ਬਹੁਤ ਕਹਿੰਦੇ ਮਿੱਠੇ ਸਮੇਤ ਹੈ, ਉਹ ਕਹਿ ਕੇ ਭੋਜਨ ਛਕਾਉਂਦੇ ਹਨ। ਦੁਰਬਲ ਭਾਵ ਤਾਤ ਸਰੀਰਾ। ਫਿਰ ਕਹਿੰਦੇ ਪੁੱਤਰ ਦੇਖ, ਤੇਰਾ ਜਿਹੜਾ ਸਰੀਰ ਹੈ ਬਹੁਤ ਕਹਿੰਦੇ ਕਮਜ਼ੋਰ ਜਾ ਹੋ ਗਿਆ, ਬਲ ਤੋਂ ਰਹਿਤ ਲਿੱਸਾ ਜਾ ਹੋ ਗਿਆ ਹੈ। ਕਿਉ ਨਾ ਕਹੋ ਨਿਜ ਰੁਜ ਕੀ ਪੀਰਾ। ਜਿਹੜੀ ਆਪਣੀ ਤੁਹਾਨੂੰ ਰੋਗ ਦੀ ਕੋਈ ਤਕਲੀਫ ਹੈ, ਪੀੜਾ, ਤੁਸੀਂ ਮੈਨੂੰ ਮਾਂ ਨੂੰ ਕਿਉਂ ਨਹੀਂ ਕਹਿ ਦਿੰਦੇ, ਦੱਸ ਦਿੰਦੇ। ਆਨਨ ਪੀਤ ਅਚੰਚਲ ਅੰਗਾ। ਰੋਗ ਕਰਕੇ ਤੁਹਾਡਾ ਮੂੰਹ ਪੀੜਾ ਹੋ ਗਿਆ ਤੇ ਸਰੀਰ ਦੇ ਅੰਗ ਜੇ ਆ
ਹੋਈਏ ਚੰਚਲ ਜਿਹਾ ਹਿਲਦੇ ਜੁਲਦੇ ਹੀ ਨਹੀਂ। ਬਿਗਸ ਨ ਬੋਲਾ ਹੋ ਸੰਗ ਉਮੰਗਾ, ਚਾਵ ਸ਼ਾਹ ਨਾਲ ਕਿਸੇ ਨਾਲ ਹੱਸ ਕੇ ਤੁਸੀਂ ਬੋਲਦੇ ਚੱਲਦੇ ਹੀ ਨਹੀਂ। ਨਿਜ ਸੰਗੀ ਕੇ ਸੰਗਮ ਮਾਹੀ, ਜਿਹੜੇ ਤੁਹਾਡੇ ਪਹਿਲਾਂ ਸੰਗੀ ਸਾਥੀ ਹੁੰਦੇ ਸੀ ਉਹਨਾਂ ਦੇ ਸੰਗਮ ਕੀਏ ਮੇਲ ਜੋਲ ਵਿੱਚ। ਮਿਲ ਕੇ ਵਿਚਰਤ ਕਿਉ ਤੁਮ ਨਾਹੀ, ਇਸ ਪੁੱਤਰ ਤੁਸੀਂ ਹੁਣ ਮਿਲ ਕੇ ਉਹਨਾਂ ਵਿੱਚ ਕਿਉਂ ਨਹੀਂ ਫਿਰਦੇ ਤੁਰਦੇ ਹੋ। ਬਾਸੁਰ ਨਿਸ਼ਾ ਇਕਾਂਤ ਨਿਕੇਤੂ, ਕਹਿੰਦੇ ਦਿਨ ਹੋਵੇ ਰਾਤ ਹੋਵੇ ਘਰ ਦੇ ਵਿੱਚ ਇਕਾਂਤ ਹੋ ਕੇ ਇਕੱਲਿਆਂ ਹੋ ਕੇ ਪਰੇ ਰਹੋ ਕਿਉ ਕਰਤ ਨਾ ਹੇਤੂ, ਕਿਉਂ ਪੈ ਰਹਿੰਦੇ ਹੋ, ਕਿਉਂ ਨਹੀਂ ਕਿਸੇ ਨਾਲ ਤੁਸੀਂ ਪ੍ਰੇਮ ਕਰਦੇ। ਰੁਚ ਸੋ ਅਸਨ ਕਰਤ ਨਹਿ ਖਾਨਾ, ਦੇਖੋ ਭੋਜਨ ਲਿਆ ਨਹੀਂ ਔਰ ਰੁਚੀ ਨਾਲ ਤੁਸੀਂ ਕਦੇ ਖਾਣਾ ਨਹੀਂ ਕਰਦੇ, ਉਹ ਨੱਕ ਬੁੱਲ ਜੇ ਮਾਰਦੇ ਹੋ। ਕਿਦੋਂ ਉਦਰ ਰੁਜ ਕੋ ਬਲਵਾਨਾ, ਤੁਹਾਨੂੰ ਪੇਟ ਦਾ ਕੋਈ ਤਕੜਾ ਕਹਿੰਦੇ ਰੋਗ ਲੱਗ ਗਿਆ ਹੈ। ਮੋਹਰ ਮੂੰਹ ਜਨਨੀ ਇਵ ਭਾਖੀ, ਮਾਤਾ ਜੀ ਨੇ ਬਾਰ-ਬਾਰ ਜਿਹੜੀ ਗੱਲ ਹੈ ਸਤਿਗੁਰਾਂ ਨੂੰ ਆਖੀ ਹੈ। ਸੁਤ ਉਪਚਾਰ ਕਰਨ ਅਬਿਲਾਖੀ, ਮੈਂ ਆਪਣੇ ਪੁੱਤਰ ਦਾ ਕੋਈ ਇਲਾਜ ਕਰਾਵਾਂ, ਇਹ ਇੱਛਾ ਸਹਿਤ ਹੋਈ ਹੈ ਮਾਂ। ਮਨ ਹੀ ਮਨ ਹੈ ਮਨਾਵ ਮਹੇਸ਼ਾ, ਜਿਵੇਂ ਬਾਈਆਂ ਕਹਿੰਦੇ ਇਸ ਤਰ੍ਹਾਂ ਫਿਰ ਕੋਈ ਜੋ ਕਿਸੇ ਦਾ ਪੁੱਤਰ ਰੋਗੀ ਜਾ ਹੋ ਜਾਏ ਤੇ ਕਈਆਂ ਨੂੰ ਫਿਰ ਮਨਾਉਂਦੀਆਂ ਹੁੰਦੀਆਂ ਇਹ ਤਾਂ ਗੁਰੂ ਨਾਨਕ ਸਾਹਿਬ ਜੀ ਨੇ, ਗੁਰੂ ਕਲਗੀਧਰ ਜੀ ਨੇ ਹੋਰਨਾਂ ਨੂੰ ਪੂਜਣਾ ਮੰਨਣਾ ਮਨਾ ਕੀਤਾ ਹੈ। ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨੀ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨਾ ਮਾਨਿਓ। ਸਿਮਨਾ ਮੈਂ ਨਾ ਗਣੇਸ਼ਾ ਪ੍ਰਥਮ ਮਨਾਉ, ਕਿਸ਼ਨ ਵਿਸ਼ਨ ਕਬ ਹੂੰ ਨ ਧਿਆਉ, ਕਾਨਸ ਨੇ ਪਹਿਚਾਨ ਨ ਤਿਨ ਸੋ। ਇਸੇ ਤਰ੍ਹਾਂ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਨ ਨਾ ਜਾਈ। ਇਹ ਗੁਰੂ ਨਾਨਕ ਸਾਹਿਬ ਦੇ ਵਿੱਚ ਬਚਨ ਹਨ। ਆਮ ਜਿਹੜੇ ਸੰਸਾਰੀ ਲੋਕ ਹੈ ਜਦੋਂ ਘਰ ਦੇ ਵਿੱਚ ਕੋਈ ਵਿਰਤਾ ਮੁਸੀਬਤ ਆ ਜੇ ਫਿਰ ਤਰ੍ਹਾਂ ਤਰ੍ਹਾਂ ਦੀਆਂ ਮਨੌਤਾਂ ਮੰਨਦੇ, ਉਸ ਤਰ੍ਹਾਂ ਕਹਿੰਦੇ ਫਿਰ ਮਾਂ ਉਸ ਅਨੁਸਾਰ ਉਹ ਕਹਿੰਦੇ ਇਸ ਤਰ੍ਹਾਂ ਮਨਾਉਣ ਲੱਗੀ ਹੈ। ਜਿਹੜਾ ਸ਼ਿਵ ਜੀ ਉਹਨੂੰ ਮਨਾਉਂਦੀ ਪੂਜਦੀ ਹੈ। ਪੂਜ ਚੰਡਿਕਾ ਬਾਹਰ ਗਣੇਸ਼ਾ, ਚੰਡੀ ਨੂੰ ਪੂਜਦੀ ਵਿੱਚੇ ਗਣੇਸ਼ ਨੂੰ ਮਨਾਉਂਦੀ ਹੈ, ਕਿਉਂਕਿ ਉਹ ਜਿਵੇਂ ਉਸ ਸਮੇਂ ਦੀ ਮਰਜ਼ਾਦਾ ਸੀ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਹੋਰਨਾਂ ਨੂੰ ਭਜਨ ਪੂਜਣਾ ਮੰਨਣਾ ਮਨੇ ਕੀਤਾ ਹੈ ਵੀ ਇੱਕ ਅਕਾਲ ਪੁਰਖ ਨੂੰ ਮਨਾਉਣਾ ਪੂਜਣਾ, ਉਹਦੇ ਅੱਗੇ ਅਰਦਾਸ ਕਰਨੀ। ਬਾਕੀ ਹਿੰਦੂ ਘਰਾਣੇ ਵਿੱਚ ਸਾਰਾ ਕੁਛ ਇਹੀ ਹੈ, 33 ਕਰੋੜ ਦੇਵਤਿਆਂ ਦੀ ਪੂਜਾ। ਸੁਤ ਸਰੀਰ ਕੋ ਕਰਹੁ ਅਰੋਗਾ, ਇਸ ਤਰ੍ਹਾਂ ਕਹਿੰਦੇ ਪੂਜ ਕੇ ਫਿਰ ਅਰਦਾਸ ਕਰੀ ਮੇਰੇ ਪੁੱਤਰ ਦੇ ਸਰੀਰ ਨੂੰ ਵੀ ਸਾਰੇ ਰਲ ਮਿਲ ਕੇ ਨੀਰੋਗ ਕਰ ਦਿਓ, ਤੰਦਰੁਸਤ ਕਰ ਦਿਓ। ਦਿਓ ਉਪਾਇ ਨ ਜਸ ਜਿਸ ਜੋਗਾ, ਜਿਸ ਦੇਵਤੇ ਦੇ ਕੋਈ ਜੋਗ ਭੇਟਾ ਹੈ ਉਹ ਮੈਂ ਕਹਿੰਦੇ ਉਸੇ ਤਰ੍ਹਾਂ ਦੇਵਾਂਗੀ ਜਦੋਂ ਇਹ ਤੰਦਰੁਸਤ ਹੋ ਜਾਏਗਾ। ਬੰਦਹ ਕਰ ਧਰ ਪਰ ਧਰ ਸਿਰ ਕੋ, ਆਪਣਾ ਜਿਹੜਾ ਕਹਿੰਦੇ ਮੱਥਾ ਹੈ ਧਰਤੀ ਉੱਪਰ ਰੱਖ ਕੇ ਸੀਸ ਰੱਖ ਕੇ ਮੱਥੇ ਟੇਕਦੀ ਹੈ ਮਾਤਾ। ਨਮੋ ਕਰਹਿ ਸ੍ਰੀ ਲక్ష్ਮੀ ਬਰ ਕੋ, ਤੇ ਕਈ ਵਾਰੀ ਜਿਹੜਾ ਮਾਇਆ ਦਾ ਮਾਲਕ ਹੈ ਉਹਨੂੰ ਮੱਥੇ ਟੇਕਦੀ ਵੀ ਹੈ ਭਗਵਾਨ ਤੂੰ ਮੇਰੇ ਸੁਪੁੱਤਰ ਨੂੰ ਨਿਰੋਗ ਕਰ ਦੇ। ਸੁਤ ਕਰ ਗਹਿ ਕਰ ਬਹਰੋ ਬੋਲੀ, ਇੱਕ ਦਿਨ ਪੁੱਤਰ ਦਾ ਹੱਥ ਜਾ ਆਪਣੇ ਹੱਥ ਵਿੱਚ ਫੜ ਕੇ ਉਹ ਮਾਂ ਬੋਲੀ ਹੈ ਕਰਹੋ ਆਪਣੀ ਪੀਰਾ ਖੋਲੀ। ਅੱਜ ਤਾਂ ਤੁਹਾਨੂੰ ਬੁਲਾਉਣਾ ਹੀ ਬੁਲਾਉਣਾ, ਆਪਣੇ ਅੰਦਰਲੀ ਪੀੜਾ ਮੈਨੂੰ ਖੋਲ ਕੇ ਦੱਸ ਦੇਵੋ ਤੁਸੀਂ। ਤਿਸ ਪਰ ਮੈਂ ਕਰਵਾਉ ਇਲਾਜਾ, ਜਿਹੜੀ ਤੁਹਾਨੂੰ ਅੰਦਰ ਕੋਈ ਤਕਲੀਫ ਹੋ ਗਈ ਉਹਦੇ ਉੱਪਰ ਮੈਂ ਚੰਗੀ ਤਰ੍ਹਾਂ ਇਲਾਜ ਕਰਾਵਾਂਗੀ। ਵੈਦ ਬੁਲਾਏ ਬਿਲਮ ਬਿਨ ਆਜਾ, ਸਾਡੇ ਨਗਰ ਵਿੱਚ ਹਰਦਾਸ ਵੈਦ ਬੜਾ ਸਿਆਣਾ ਹੈ, ਬਿਨਾਂ ਦੇਰੀ ਤੋਂ ਅੱਜ ਹੀ ਹੁਣੇ ਮੈਂ ਬੁਲਾ ਲਊ ਉਸ ਨੂੰ। ਅਸ਼ਟ ਕਰੀ ਬੇਦੀ ਕੁਲ ਨਾਥਾ, ਮਾਤਾ ਦੀ ਇਸ ਤਰ੍ਹਾਂ ਦੀ ਗੱਲ ਸੁਣ ਕੇ ਬੇਦੀਆਂ ਦੇ ਕੁਲ ਦੇ ਮਾਲਕ ਜਿਹੜੇ ਹਨ ਉਹਨਾਂ ਨੇ ਚੁੱਪੀ ਧਾਰਨ ਕਰ ਲਈ ਹੋਈ ਹੈ। ਉਤਰ ਨ ਦੇ ਕੋ ਜਨਨੀ ਸਾਥਾ, ਮਾਤਾ ਦੇ ਨਾਲ ਕੋਈ ਜਵਾਬ ਹੀ ਨਹੀਂ ਦੇ ਰਹੇ ਹਨ, ਹਾਂ ਨਾ ਕਹੀ ਨਹੀਂ ਕਰ ਰਹੇ ਹਨ। ਸੁਧ ਲੇਵਨ ਆਵਹਿ ਸਭ ਗਿਆਤੀ, ਹੋਰ ਜਿਹੜੇ ਕੋਈ ਸਾਗ ਸੰਬੰਧੀ ਹੈ
ਗੁਰੂ ਨਾਨਕ ਸਾਹਿਬ ਵੀ ਕੋਈ ਰੋਗੀ ਹੋਏਗਾ ਖਬਰ ਸਾਲ ਲੈਣ ਆ ਜਾਂਦੇ। ਜਿਨ ਕੋ ਨਹਿ ਅਸ ਰੀਤ ਸੁਹਾਤੀ। ਜਿਨ੍ਹਾਂ ਸਾਗ ਸੌਂਦੀਆਂ ਨੂੰ ਇਸ ਤਰ੍ਹਾਂ ਦੀ ਰੀਤੀ ਸੋਹਣੀ ਨਹੀਂ ਲੱਗਦੀ, ਘਰੇ ਪੈਣਾ ਪੈਰਣਾ ਚੰਗਾ ਨਹੀਂ ਲੱਗਦਾ ਹੈ। ਭੋਜਨ ਖਾਤ ਨ ਪੀਵਤ ਨੀਰੂ। ਦੇਖੋ ਗੁਰੂ ਨਾਨਕ ਨਾ ਭੋਜਨ ਛਕਦੇ ਆ ਨਾ ਪਾਣੀ ਪੀਂਦੇ ਆ। ਫੇਰਤ ਵੇਦੀ ਭਏ ਅਧੀਰੂ। ਆਣ ਗੁਆਂਢ ਦੇ ਜਿਹੜੇ ਬੇਦੀ ਲੋਕ ਆ, ਦੇਖ ਕੇ ਧੀਰ ਤੋਂ ਰਹਿਤ ਹੋ ਗਏ, ਘਬਰਾ ਗਏ ਹਨ। ਪੂਰਬ ਸੂਰਤ ਸਭ ਪਰਵਾਰੂ। ਜਿਹੜਾ ਘਰ ਦਾ ਪਰਿਵਾਰ ਮਾਰਾ ਦਾ ਉਹ ਵੀ ਸਾਰਾ ਕਹਿੰਦੇ ਬੜਾ ਝੂਰਦਾ ਵੀ ਇਹ ਕੀ ਹੋ ਗਿਆ ਇਹਨਾਂ ਨੂੰ। ਰੁਜ ਨ ਪਾਏ ਨਹਿ ਕਰ ਉਪਚਾਰੂ। ਕਹਿੰਦੇ ਬਈ ਕੋਈ ਰੋਗ ਨਹੀਂ ਲੱਭਦਾ ਹੈ ਤੇ ਇਹਦਾ ਇਲਾਜ ਹੁਣ ਕੀ ਕਰੀਏ ਕਰਾਈਏ। ਕਾਲੂ ਸੋ ਬੋਲੇ ਮਿਲ ਸੋਊ। ਇੱਕ ਦਿਨ ਜਿੰਨੇ ਕਹਿੰਦੇ ਆਂਢ ਗੁਆਂਢ ਦੇ ਬੇਦੀ ਗਿਆਤੀ ਸੰਬੰਧੀ ਉਹ ਕਾਲੂ ਨਾਲ ਮਿਲ ਜੁਲ ਕੇ ਬੋਲੇ ਚੱਲੇ। ਤਬ ਤਨ ਜਹ ਕੋ ਦੁਖ ਹੈ ਕੋ। ਤੇਰਾ ਜਿਹੜਾ ਸੁਪੁੱਤਰ ਗੁਰੂ ਨਾਨਕ ਹੈ ਉਹਨੂੰ ਕੋਈ ਨਾ ਕੋਈ ਦੁੱਖ ਤਕਲੀਫ ਹੈਗੀ ਹੈ। ਤੂੰ ਨਿਚਿੰਤ ਫਿਰ ਹੈ ਕਹ ਕੈਸੇ। ਉਹਨਾਂ ਦਾ ਪਿਤਾ ਬੇਚਿੰਤ ਬੇਫਿਕਰ ਹੋਇਆ ਕਿਵੇਂ ਫਿਰਦਾ ਹੈ। ਇੱਕ ਸੁਤ ਬਾਹਰ ਰੁਜੀ ਭਾ ਐਸੇ। ਤੇਰੇ ਘਰ ਦੇ ਵਿੱਚ ਕੋਈ ਸੁਪੁੱਤਰ ਹੈ ਉਹ ਵੀ ਕਹਿੰਦੇ ਇਸ ਤਰ੍ਹਾਂ ਦਾ ਬੜਾ ਰੋਗੀ ਹੋਇਆ ਪਿਆ ਰਹਿੰਦਾ ਹੈ। ਵੈਦ ਬੁਲਾਏ ਇਲਾਜ ਕਰੀਜੈ। ਉਹ ਕਾਲੂ ਕਿਸੇ ਸਿਆਣੇ ਵੈਦ ਨੂੰ ਬੁਲਾ ਕੇ ਆਪਣੇ ਪੁੱਤਰ ਦਾ ਇਲਾਜ ਕਰਵਾ ਲਾ। ਦਰਬ ਲੋਭ ਨ ਹਿਰਦੈ ਤਰੀਜੈ। ਆਪਣੇ ਹਿਰਦੇ ਵਿੱਚ ਧੰਦਾ ਲੋਭ ਜਨਾ ਬਹੁਤਾ ਧਰ ਮਾਇਆ ਨੂੰ ਨਾ ਸੰਭਾਲ ਰੱਖ। ਜੇ ਤਬ ਤਾਤ ਅਰੋਗ ਜਵੰਤੂ। ਇਹ ਕਾਲੂ ਜੇ ਤੇਰਾ ਜਿਹੜਾ ਪੁੱਤਰ ਹੈ ਕਹਿੰਦੇ ਇਸ ਤਰ੍ਹਾਂ ਨਿਰੋਗ ਹੋ ਕੇ ਜਿਉਂਦਾ ਰਿਹਾ। ਇਹ ਤੇ ਅਦਕ ਹੋਏ ਧਨਵੰਤੂ। ਇਹ ਪੁੱਤਰ ਵੱਡਾ ਹੋ ਜਾਏਗਾ ਫਿਰ ਕਮਾ ਕੇ ਮਾਇਆ ਲਿਆਏਗਾ, ਇਹਦੇ ਨਾਲ ਤੂੰ ਹੋਰ ਬੜਾ ਧਨਾੜ ਹੋ ਜਾਏਗਾ। ਸੁਤ ਸਨੇਹ ਕੋ ਮਨ ਤੇ ਤਿਆਗੀ। ਦੇਖ ਲਾ ਵੇ ਕਾਲੂ ਪੁੱਤਰ ਦਾ ਮੋਹ ਤਾਂ ਤੂੰ ਹਿਰਦੇ ਵਿੱਚੋਂ ਤਿਆਗਿਆ ਹੋਇਆ ਛੱਡਿਆ ਹੋਇਆ। ਦਰਬ ਵਿਖੈ ਕਿਉ ਭਾ ਅਨਰਾਗੀ। ਇਹ ਮਾਇਆ ਦਾ ਕਿਵੇਂ ਤੂੰ ਪ੍ਰੇਮੀ ਬਣਿਆ, ਕਿਵੇਂ ਕਚੂਸ ਬਣਿਆ ਹੋਇਆ, ਤੂੰ ਮਾਇਆ ਕਿਉਂ ਨਹੀਂ ਕਰਦਾ, ਇਲਾਜ ਕਿਉਂ ਨਹੀਂ ਕਰਾਉਂਦਾ ਇਹਨਾਂ। ਤਰਕ ਸੁਨਤ ਗਿਆਤਨ ਕੀ ਕਾਲੂ। ਜਿਹੜੇ ਆਂਢ ਗੁਆਂਢ ਦੇ ਸਾਗ ਸੰਬੰਧੀ ਉਹਨਾਂ ਦੀ ਤਰਕ ਦੀ ਗੱਲ ਜੀ ਸੁਣ ਕੇ ਹੁਤੋ ਅਨੁਜ ਢਿਗ ਤਿਹ ਛਿਨ ਲਾਲੂ। ਉਸ ਵੇਲੇ ਜਿਹੜਾ ਛੋਟਾ ਭਰਾ ਕਾਲੂ ਜੀ ਦਾ ਲਾਲੂ ਉਹ ਕੋਲ ਹੈ ਸੀ ਨਾ ਦੇ। ਵੈਦ ਬੁਲਾਵਨ ਹੇਤ ਪਠਾਇਆ। ਆਪਣੇ ਛੋਟੇ ਭਰਾ ਲਾਲੂ ਨੂੰ ਵੀ ਹਰਦਾਸ ਵੈਦ ਨੂੰ ਬੁਲਾ ਕੇ ਲਿਆ ਭੇਜ ਦਿੱਤਾ ਹੈ। ਲਾਲੂ ਤੇ ਘਰ ਜਾਏ ਬੁਲਾਇਆ। ਲਾਲੂ ਜੀ ਨੇ ਉਸਦੇ ਘਰ ਦੇ ਵਿੱਚ ਹਰਦਾਸ ਵੈਦ ਨੂੰ ਬੁਲਾਇਆ ਹੈ। ਨਾਮ ਜਾਸ ਹਰਦਾਸ ਹੁਲਾਸੀ। ਇਹਦਾ ਕਹਿੰਦੇ ਨਾਮ ਹਰਦਾਸ ਵੈਦ ਸੀ, ਬੜਾ ਕਹਿੰਦੇ ਇਸ ਤਰ੍ਹਾਂ ਖੁਸ਼ ਰਹਿਣ ਵਾਲਾ ਸੀ। ਜੱਗੇ ਭਾਗ ਗਾ ਢਿਗ ਸੁਖ ਰਾਸੀ। ਇਹਦੇ ਕੋਈ ਚੰਗੇ ਭਾਗ ਜਾਗੇ ਹਨ ਜਿਸ ਕਰਕੇ ਜੋ ਸੁਖਾਂ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਉਹਨਾਂ ਕੋਲੇ ਚਲਿਆ ਗਿਆ ਬੈਰ। ਤਨ ਪਰ ਬਸਨ ਲਏ ਸੁਖਦਾਈ। ਇਧਰ ਸੁਖ ਦੇਣ ਵਾਲੇ ਸਤਿਗੁਰਾਂ ਨੇ ਆਪਣੇ ਸਰੀਰ ਦੇ ਉੱਪਰ ਵਸਤਰ ਜਾ ਲਿਆ ਹੋਇਆ ਹੈ। ਜਹ ਪੌਡੇ ਆਇਓ ਤੇ ਥਾਈ। ਵਸਤਰ ਜਾ ਪਾ ਕੇ ਲੇਟੇ ਹੋਏ ਉੱਥੇ ਹਰਦਾਸ ਬੈਰ ਚੱਲ ਆਇਆ ਹੈ। ਕਾਲੂ ਕਹੈ ਸੁਬੈਦੰ ਸੁਨੀਏ। ਕਾਲੂ ਜੀ ਨੇ ਕਿਹਾ ਵੀ ਹਰਦਾਸ ਬੈਰ ਮੇਰੀ ਗੱਲ ਧਿਆਨ ਦੇ ਕੇ ਸੁਣ ਲਈਏ। ਕਰ ਬਿਲੋਕ ਇਹ ਰੁਜ ਕੋ ਗੁਨੀਏ। ਇਹਨਾਂ ਦੇ ਹੱਥ ਦੀ ਨਬਜੀ ਦੇ ਕੇ ਤੇ ਰੋਗ ਨੂੰ ਸਮਝੀਏ ਚੰਗੀ ਤਰ੍ਹਾਂ। ਨਿਸ ਦਿਨ ਭਰਿਓ ਰਹਿ ਸਹਿ ਆਲਸ। ਗੱਲ ਮੈਂ ਤੈਨੂੰ ਦੱਸ ਦਿਨਾ ਵੀ ਰਾਤ ਦਿਨ ਆਲਸੀਆਂ ਵਾਂਗੂ ਇਹ ਘਰ ਦੇ ਵਿੱਚ ਹੀ ਪੈ ਰਹਿੰਦੇ ਕਿਸੇ ਰੋਗ ਕਰਕੇ। ਖਾਨ ਪਾਨ ਕੀ ਕਰੈ ਨ ਲਾਲਸ। ਮੈਂ ਖਾਣ ਪੀਣ ਦੀ ਵੀ ਕੋਈ ਇੱਛਾ ਹੀ ਨਹੀਂ ਕਰਦੇ ਇਹ। ਪੀਤ ਬਦਨ ਤਨ ਖੀਨ ਕੁਡਾਰਾ। ਦੇਖ ਲੈ ਇਹਨਾਂ ਦਾ ਮੂੰਹ ਪੀੜਾ ਹੋਇਆ ਪਿਆ, ਸਰੀਰ ਕਮਜ਼ੋਰ ਹੋਇਆ ਤੇ ਹੋਰ ਹੀ ਖੋਟੀ ਤਰ੍ਹਾਂ ਦਾ ਰੰਗ ਜਾ ਹੋਇਆ ਪਿਆ ਹੈ। ਵੇਦਨ ਪਾਏ ਕਰਹੁ ਉਪਚਾਰਾ। ਜਿਸ ਤਰ੍ਹਾਂ ਇਹਨਾਂ ਦੇ ਅੰਦਰ ਕੋਈ ਤਕਲੀਫ ਹੈ ਨੂੰ ਪਾ ਕੇ ਲੱਭ ਕੇ ਫਿਰ ਚੰਗੀ ਤਰ੍ਹਾਂ ਤੂੰ ਉਹਦਾ ਇਲਾਜ ਕਰ, ਦਵਾਈ ਕਰ। ਸੁਨ ਕਰ ਬਚਨ ਵੈਦ ਬੁੱਧਵੰਤਾ। ਬੁੱਧੀ ਵਾਲਾ ਹਰਦਾਸ ਵੈਦ ਕਾਲੂ ਦੇ ਬਚਨਾਂ ਨੂੰ ਸੁਣ ਕੇ
ਬੈਠਿਓ ਨਿਕਟ ਤਬ ਹੈ ਜਗ ਕੰਤਾ। ਜਗ ਦੇ ਮਾਲਿਕ ਗੁਰੂ ਨਾਨਕ ਸਾਹਿਬਾਨਾਂ ਦੇ ਕੋਲ ਜਾ ਬੈਠਾ ਏ ਬੈਦ। ਆਨਨ ਪਰਤੇ ਬਸਨ ਉਗਾਰਾ। ਬੈਦ ਨੇ ਮਹਾਰਾਜ ਦੇ ਮੁਖ ਤੋਂ ਬਸਤਰ ਦਾ ਤਾਂ ਚੁੱਕਿਆ ਹੈ। ਫੇਰਤ ਧਮਨੀ ਕਰ ਕਰ ਧਾਰਾ। ਆਪਣੇ ਹੱਥ ਵਿੱਚ ਗੁਰੂ ਨਾਨਕ ਸਾਹਿਬ ਦਾ ਹੱਥ ਚਾ ਲੈ ਕੇ ਫਿਰ ਉਹ ਕਹਿੰਦੇ ਜਿਹੜੀ ਧਮਨੀ ਜੀ ਆ ਨਬਜ ਜੀ ਉਹਨੂੰ ਵੇਖਣ ਲੱਗਿਆ ਹੈ। ਵੈਦ ਬਦਨ ਦੁਖ ਕਦਨ ਸੋ ਦੇਖਾ। ਇਸ ਤਰ੍ਹਾਂ ਕਹਿੰਦੇ ਜੋ ਦੁੱਖਾਂ ਨੂੰ ਕੱਟਣ ਵਾਲੇ ਆ ਉਹਨਾਂ ਨੇ ਵੇਖਿਆ ਵੀ ਬੈਦ ਦਾ ਮੁਖ। ਜਿਸ ਤੇ ਮਨ ਅਨਕੰਪ ਵਿਸੇਖਾ। ਇਹਦੇ ਮਨ ਦੇ ਵਿੱਚ ਬੜੀ ਕਿਰਪਾ ਹੈ ਵੀ ਇਹ ਠੀਕ ਹੋ ਜਾਣ। ਕਰ ਤੇ ਕਰਖ ਲਿਓ ਨਿਜ ਕਰ ਕੋ। ਗੁਰੂ ਮਹਾਰਾਜ ਨੇ ਉਹ ਹਰਦਾਸ ਬੈਦ ਦੇ ਹੱਥ ਵਿੱਚੋਂ ਆਪਣਾ ਹੱਥ ਜਾ ਕਹਿੰਦੇ ਝਟਪਟ ਖਿੱਚ ਲਿਆ। ਉਠ ਬੈਠੇ ਦੇਵਨ ਮਤ ਬਰ ਕੋ। ਉਹਨੂੰ ਸ੍ਰੇਸ਼ਟ ਅਕਲ ਮਤ ਦੇਣ ਵਾਸਤੇ ਮਹਾਰਾਜ ਉੱਠ ਕੇ ਬੈਠ ਗਏ ਹਨ। ਬਚ ਬੋਲੇ ਉਤਪਲ ਦਲ ਲੋਚਨ। ਇਹਨਾਂ ਦੇ ਕਵਲ ਦੇ ਪੱਤਰੇ ਵਾਂਗੂ ਚੌੜੇ ਨੇਤਰਾ ਗੁਰੂ ਨਾਨਕ ਸਾਹਿਬ ਬਚਨ ਬੋਲੇ। ਸੁਖਦ ਅਚਲ ਭਾਵ ਬੰਧ ਵਿਮੋਚਨ। ਅਚਲ ਸੁਖ ਦੇਣ ਵਾਲੇ ਸੰਸਾਰ ਦੇ ਬੰਧਨਾਂ ਨੂੰ ਕੱਟਣ ਵਾਲੇ ਬਚਨ ਹਨ। ਗਹੋ ਹਾਥ ਕੇ ਸਾਥ ਸੁਹਾਥਾ। ਕਹਿੰਦੇ ਆਪਣੇ ਹੱਥ ਦੇ ਨਾਲ ਤੂੰ ਹੱਥ ਸਾਡਾ ਹੱਥ ਜਾ ਫੜ ਲਿਆ ਪਕੜ ਲਿਆ। ਕਿਆ ਤੁਮ ਜੀਓ ਕਹੋ ਨਿਜ ਗਾਥਾ। ਤੇਰੇ ਬੈਦਾ ਦਿਲ ਵਿੱਚ ਕੀ ਹੈ ਤੂੰ ਆਪਣੀ ਗੱਲ ਮੈਨੂੰ ਦੱਸ। ਸਾਡਾ ਹੱਥ ਜਾ ਆਪਣੇ ਹੱਥ ਵਿੱਚ ਕਿਉਂ ਫੜਿਆ। ਸੁਨ ਕਰ ਭੇਖਕ ਬਚਨ ਉਚਾਰੇ। ਇਸ ਤਰ੍ਹਾਂ ਮਹਾਰਾਜ ਦੇ ਬਚਨਾਂ ਨੂੰ ਸੁਣ ਕੇ ਉਹ ਦੁਆਈ ਕਰਨ ਵਾਲੇ ਹਰਦਾਸ ਵੈਦ ਨੇ ਬਚਨ ਕਹੇ। ਹਾਂ ਹੈਰੋ ਜੋ ਰੋਗ ਤੁਮਾਰੇ। ਹੱਥ ਦੀ ਨਬਜੀ ਵੇਖ ਕੇ ਤੁਹਾਡਾ ਰੋਗ ਮੈਂ ਵੇਖਦਾ ਵੀ ਕਿਹੜਾ ਹੈ। ਪਿਤ ਵਾਏ ਕਫ ਸਰੋਣਤ ਚਾਰੂ। ਇਸ ਤਰ੍ਹਾਂ ਕਹਿੰਦੇ ਚਾਰ ਤਰ੍ਹਾਂ ਕਰਕੇ ਰੋਗ ਲੱਗ ਜਾਂਦਾ ਹੈ। ਜੇ ਗਰਮੀ ਲੱਗ ਜਾਏ ਫਿਰ ਗਰਮੀ ਦੇ ਰੋਗ ਲੱਗ ਜਾਂਦੇ। ਜੇ ਬੇਬਾਦੀ ਵੱਧ ਜਾਏ ਫਿਰ ਬੈ ਦੇ ਰੋਗ ਹੁੰਦੇ। ਜੇ ਬਲਗਮ ਵੱਧ ਜਾਏ ਫਿਰ ਬਲਗਮ ਦੇ ਰੋਗ ਹੁੰਦੇ। ਜੇ ਲਹੂ ਵਿਗਾੜ ਹੋ ਜਾਏ ਲਹੂ ਵਿਗਾੜ ਦੇ ਰੋਗ ਲੱਗ ਜਾਂਦੇ ਆ। ਫੋੜੇ ਫਿਣਸੀਆਂ ਚੰਬੜ ਚੁੰਬੜ ਦਦਰਾਏ ਲਹੂ ਵਿਗਾੜ ਨਾਲ ਹੁੰਦੀਆਂ। ਕਹਿੰਦੇ ਇਸ ਤਰ੍ਹਾਂ ਇਹ ਚਾਰਾਂ ਕਰਕੇ ਰੋਗ ਲੱਗਦੇ ਆ। ਗਰਮੀ ਵਧਣ ਕਰਕੇ ਬੇਬਾਦੀ ਵਧਣ ਗਏ ਬਲਗਮ ਤੇ ਲਹੂ ਵਿਗਾੜ ਕਰਕੇ। ਇਨ ਤੇ ਤਨ ਮਹਿ ਹੋਤ ਵਿਕਾਰੂ। ਇਹਨਾਂ ਚੌਹਾਂ ਕਰਕੇ ਸਰੀਰ ਦੇ ਵਿੱਚ ਕੋਈ ਨਾ ਕੋਈ ਵਿਗਾੜ ਹੋ ਜਾਂਦਾ ਹੈ। ਜੇ ਕੋ ਮੈਂ ਵਿਕਾਰ ਅਬ ਹੇਰੋ। ਇਹ ਗੁਰੂ ਨਾਨਕ ਸਾਹਿਬ ਜੀ ਜਿਸ ਦਾ ਮੈਂ ਹੁਣ ਵਿਗਾੜ ਹੋਇਆ ਵੇਖਾਂਗਾ ਵੀ ਗਰਮੀ ਵਧੀ ਹੈ ਕਿ ਬੇਬਾਦੀ ਵਧੀ ਹੈ ਕਿ ਬਲਗਮ ਕੇ ਲਹੂ ਦਾ ਵਿਗਾੜ ਹੈ ਦੇਖਾਂ। ਤੇ ਪਰ ਕਰ ਉਪਚਾਰ ਨਿਬੇਰਾ। ਫਿਰ ਉਹਦੇ ਉੱਪਰ ਇਲਾਜ ਕਰਕੇ ਮੈਂ ਜਿਹੜਾ ਤੁਹਾਡਾ ਰੋਗ ਜਾਂ ਕਹਿੰਦੇ ਨਿਵਰਤ ਕਰ ਦਿਆਂਗਾ। ਪਥ ਕੋ ਰਾਖੋ ਔਖਦੀ ਖਾਵਹੁ। ਜਿਹੜੀ ਮੈਂ ਤੁਹਾਨੂੰ ਦਵਾਈ ਦੇਵਾਂਗਾ ਉਹ ਤੁਸੀਂ ਕਹਿੰਦੇ ਪੱਥ ਪਰਹੇਜ ਰੱਖ ਕੇ ਖਾਣੀ ਹੈ। ਹੋਇਆ ਰੋਗ ਤਨ ਤੇ ਸੁਖ ਪਾਵਹੁ। ਉਹਦੇ ਨਾਲ ਤੁਸੀਂ ਨਿਰੋਗ ਹੋ ਜਾਓਗੇ ਤੇ ਸਰੀਰ ਕਰਕੇ ਸੁਖ ਪਾਵੋਗੇ। ਅਸਨ ਖਾਨ ਕੀ ਰੁਚ ਉਪਜੈ ਹੈ। ਜਦੋਂ ਪੱਥ ਪਰਹੇਜ ਰੱਖ ਕੇ ਤੁਸੀਂ ਦਵਾਈ ਖਾਓਗੇ ਫਿਰ ਭੋਜਨ ਖਾਣ ਦੀ ਤੁਹਾਨੂੰ ਰੁਚੀ ਪੈਦਾ ਹੋ ਜਾਵੇ। ਨਿਰਬਲ ਦੇਹ ਬਲੀ ਪੁਨ ਹੋਇਆ ਹੈ। ਜਿਹੜੀ ਕਮਜ਼ੋਰ ਲਿਸਤੀ ਜੀ ਹੋਈ ਹੈ ਕਹਿੰਦੇ ਫਿਰ ਬੜੀ ਬਲ ਵਾਲੀ ਹੋ ਜਾਵੇਗੀ। ਵੈਦ ਬਚਨ ਸੁਨ ਪੰਕਜ ਵਦਨਾ। ਵੈਦ ਇਹੋ ਜਿਹੇ ਬਚਨ ਸੁਣ ਕੇ ਕਬਲ ਵਰਗੇ ਮੁਖ ਵਾਲੇ ਸਤਿਗੁਰਾਂ ਨੇ ਤੇ ਪ੍ਰਤ ਬੋਲੇ ਸਭ ਸੁਖ ਸਦਨਾ। ਜੋ ਸਾਰੇ ਸੁਖਾਂ ਦਾ ਘਰ ਹਨ ਗੁਰੂ ਨਾਨਕ ਸਾਹਿਬ ਜੀ ਉਹਦੇ ਤਾਈਂ ਫਿਰ ਬਚਨ ਬੋਲੇ ਸ਼ਲੋਕ ਵਿੱਚ। ਸ੍ਰੀ ਮੁਖ ਵਾਕ ਸ਼ਲੋਕ ਮਹੱਲਾ ਪਹਿਲਾ। ਵੈਦ ਬੁਲਾਇਆ ਵੈਦਗੀ। ਮਹਾਰਾਜ ਕਹਿੰਦੇ ਉਹ ਹਰਦਾਸ ਵੈਦ ਤੈਨੂੰ ਵੈਦਗੀ ਵਾਸਤੇ ਦਵਾਈ ਬੂਟੀ ਕਰਨੇ ਵਾਸਤੇ ਬੁਲਾਇਆ ਕਰ ਵਿੱਚ। ਪਕੜ ਢੰਡੋਲੇ ਬਾਹ। ਕਹਿੰਦੇ ਸਾਡੀ ਬਾਂਹ ਜੀ ਪਕੜ ਕੇ ਤੂੰ ਨਵਜਰੇ ਰਾਹੀਂ ਕਹਿੰਦੇ ਰੋਗ ਨੂੰ ਢੂੰਡਦਾ ਹੈ ਲੱਭਦਾ ਹੈ। ਭੋਲਾ ਵੈਦ ਨ ਜਾਣੇ। ਮਹਾਰਾਜ ਕਹਿੰਦੇ ਹਰਦਾਸ ਵੈਦ ਤੂੰ ਤਾਂ ਭੋਲਾ ਹੈ ਤੂੰ ਤਾਂ ਕਹਿੰਦੇ ਵੈਦ ਦਵਾਈ ਕਰਨੀ ਜਾਣਦਾ ਨਹੀਂ ਹੈ। ਕਰਕ ਘਰੇ ਜੇ ਮਾਹ। ਇਹਨੂੰ ਨਹੀਂ ਪਤਾ ਹੈ ਵੀ ਇਹ ਸਰੀਰ ਦਾ ਰੋਗ ਨਹੀਂ ਹੈ। ਨਬਜ ਕਰ ਫੜਿਆ ਨਹੀਂ ਰੋਗ ਦਾ ਪਤਾ ਲੱਗੇਗਾ। ਸਾਡਾ ਜਿਹੜਾ ਰੋਗ ਆ ਉਹ ਤਾਂ ਕਰਕ ਕਲੇਜੇ ਮਾਹ ਹੈ।
ਸਾਡੇ ਕਲੇਜੇ ਵਿੱਚ ਹਿਰਦੇ ਵਿੱਚ ਕਹਿੰਦੇ ਇਸ ਤਰ੍ਹਾਂ ਕਹਿੰਦੇ ਕੜਕ ਹੈ, ਹਿਰਦੇ ਵਿੱਚ ਤਕਲੀਫ ਹੈ, ਹਿਰਦੇ ਵਿੱਚ ਦੁੱਖ ਹੈ ਸਾਨੂੰ। ਮਹੱਲਾ ਦੂਜਾ। ਵੈਦਾ ਵੈਦ ਸੁਵੈਦ ਤੂੰ। ਇਸ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਬਚਨ ਹੈ ਸ਼ਲੋਕ ਰਾਹੀਂ ਜੋ ਵੈਦ ਹਰਦਾਸ ਦੇ ਤਾਈਂ ਸਤਿਗੁਰੂ ਨੇ ਕਹੇ ਸਨ, ਜਿਹੜੇ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਸਰੋਤੇ ਸੇ ਕਥਾ ਸੁਣਨ ਵਾਲੇ ਬੈਠੇ ਸਨ, ਉਹਨਾਂ ਨੇ ਕਿਹਾ ਕਿ ਮਹਾਰਾਜ ਵੀ ਇਹ ਵੈਦ ਨੂੰ ਜਿਹੜੇ ਮਹਾਰਾਜ ਨੇ ਬਚਨ ਕਹੇ ਸੀ ਇਹਨਾਂ ਦਾ ਮਤਲਬ ਕੀ ਹੈ, ਪੂਰਾ ਸਮਝ ਨਹੀਂ ਆਈ ਹੈ, ਤੁਸੀਂ ਸਮਝਾਓ। ਫਿਰ ਇਸੇ ਪਰਸਾਏ ਗੁਰੂ ਅੰਗਦ ਸਾਹਿਬ ਜੀ ਨੇ ਇੱਕ ਸ਼ਲੋਕ ਕਿਹਾ, ਉਹ ਮਹਾਰਾਜ ਦੱਸਦੇ ਹੈ ਖੋਲ ਕੇ ਰਾ ਉੱਤਰ, ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਇਉਂ ਕਿਹਾ ਸੀ, ਵੈਦਾ ਵੈਦ ਸੋ ਵੈਦ ਤੋਂ। ਇਹ ਵੀ ਹਰਦਾਸ ਵੈਦ, ਵੈਦਾਂ ਵਿੱਚੋਂ ਤਾਂ ਤੂੰ ਅਸਲੀ ਵੈਦ ਹੈ। ਪਹਿਲਾ ਰੋਗ ਪਛਾਣ। ਜਿਹੜਾ ਪਹਿਲਾਂ ਤੈਨੂੰ ਰੋਗ ਲੱਗਾ ਨਾ ਹਉਮੈ ਦਾ, ਜੇ ਉਹਨੂੰ ਤੂੰ ਪਛਾਣ ਲਗੇ ਫਿਰ ਤਾਂ ਤੂੰ ਵੈਦਾਂ ਵਿੱਚੋਂ ਵੈਦ ਹੈਗਾ ਹੈ। ਐਸਾ ਦਾਰੂ ਲੋੜ ਲਹੋ। ਜਿਹੜਾ ਹਉਮੈ ਦਾ ਰੋਗ ਹੈ ਉਹਦਾ ਕਹਿੰਦੇ ਤੂੰ ਦਾਰੂ ਵੀ ਚੰਗੀ ਤਰ੍ਹਾਂ ਲੋੜ ਲੈ ਕੇ ਲੱਭ ਲੈ, ਭਾਲ ਲੈ। ਜਿਤ ਵੰਜੈ ਰੋਗਾ ਕਾਣ। ਇਸ ਕਹਿੰਦੇ ਦਾਰੂ ਦੇ ਛਕਣ ਨਾਲ ਹੋਰ ਰੋਗਾਂ ਦਾ ਜਿਹੜਾ ਘਾਣ ਕੀ ਹੈ ਸਮੁਦਾਇ ਉਹ ਵੀ ਵੰਜਾ ਕੀ ਚਲਾ ਜਾਏ। ਹਉਮੈ ਦਾ ਰੋਗ ਤਾਂ ਜਾਣੇ, ਉਹਦੇ ਨਾਲ ਬਾਕੀ ਵੀ ਸਾਰੇ ਰੋਗ ਚਲੇ ਜਾਣ। ਜਿਤ ਦਾਰੂ ਰੋਗ ਉਠਿਆ ਹੈ। ਜੇ ਦਾਰੂ ਦੇ ਛਕਣ ਕਰਕੇ ਜਿਹੜਾ ਰੋਗ ਹੈ ਉੱਠ ਜਾਵੇ, ਚਲਾ ਜਾਵੇ, ਤਨ ਸੁਖ ਵਸੈ ਆਏ। ਇਹ ਸਾਰੇ ਸਰੀਰ ਦੇ ਵਿੱਚ ਆ ਕੇ ਸੁਖ ਹੀ ਸੁਖ ਵਸ ਜਾਵੇ। ਰੋਗ ਗਵਾਏ ਹੈ ਆਪਣਾ। ਇਹ ਵੀ ਹਰਦਾਸ ਵੈ ਤੂੰ ਆਪਣਾ ਹਉਮੈ ਦਾ ਰੋਗ ਗਵਾ ਲਵੇਂ। ਤਾ ਨਾਨਕ ਵੈਦ ਸਦਾ। ਇਹ ਤਾਂ ਵੀ ਤੂੰ ਬੈਰ ਸਦਾਉਣ ਦੇ ਕਹਾਉਣ ਦੇ ਯੋਗ ਹੈ। ਜੇ ਆਪਣਾ ਤੇਰਾ ਹਉਮੈ ਦਾ ਰੋਗ ਨਹੀਂ ਗਿਆ, ਆਪ ਹੀ ਰੋਗੀ ਹੈ, ਫਿਰ ਤੂੰ ਵੈਦ ਕਿਵੇਂ ਸਦਾ ਸਕਦਾ? ਤੈਨੂੰ ਅਸੀਂ ਕਿਵੇਂ ਵੈਦ ਸਦ ਸਕਦੇ ਹਾਂ, ਵੈਦ ਕਹਿ ਸਕਦੇ ਹਾਂ? ਇਹ ਵੀ ਗੁਰੂ ਨਾਨਕ ਸਾਹਿਬ ਜੀ ਨੇ ਸ਼ਲੋਕ ਰਾਹੀਂ ਉਹਨੂੰ ਇਸ਼ਾਰਾ ਦਿੱਤਾ ਸੀ। ਇਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਸਮਝਾਇਆ ਹੈ। ਚੌਪਈ ਲੱਗਿਓ ਆਦ ਕੋ ਹਉਮੈ ਰੋਗੂ। ਮਹਾਰਾਜ ਕਹਿੰਦੇ ਵੇਖੋ ਅਰਦਾਸ ਵੇਖ, ਪਹਿਲਾਂ ਤਾਂ ਹਉਮੈ ਦਾ ਰੋਗ ਤਾਂ ਤੈਨੂੰ ਲੱਗਿਆ ਹੀ ਹੋਇਆ ਹੈ। ਜਿਹ ਤੇ ਮਹਾ ਦੁਖੀ ਸਭ ਲੋਗੂ। ਜਿਸ ਕਰਕੇ ਤੇਰੇ ਵਾਂਗ ਬਾਕੀ ਵੀ ਸਾਰੇ ਦੁਨੀਆ ਦੇ ਲੋਕ ਹਉਮੈ ਕਰਕੇ ਬਹੁਤ ਔਖੇ, ਬਹੁਤ ਦੁਖੀ ਹੈ। ਜਗ ਮਹਿ ਜਨਮ ਮਰਨ ਕੋ ਕਾਰਨ। ਜਿਹੜਾ ਹਉਮੈ ਦਾ ਰੋਗ ਹੈ ਨਾ, ਇਹ ਸੰਸਾਰ ਦੇ ਵਿੱਚ ਜਨਮ ਕਰਨ ਦਾ ਕਾਰਨ ਬਣਿਆ, ਸਬਬ ਬਣਿਆ। ਹਉਮੈ ਦੀਰਘ ਰੋਗ ਹੈ। ਇਸੇ ਤਰ੍ਹਾਂ ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੋਇਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਸਚਿਆਰ ਕੁੜਿਆਰ, ਹਉ ਵਿੱਚ ਪਾਪ ਨੇ, ਹਉਮੈ ਵਿੱਚ ਹਉ ਵਿੱਚ ਸਭ ਕੁਛ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਸੰਸਾਰ ਦੇ ਵਿੱਚ ਜਿਹੜਾ ਆਉਣ ਜਾਣ ਦਾ ਕਾਰਨ ਹੈ ਇਹ ਹਉਮੈ ਦੇ ਰੋਗ ਕਰਕੇ ਹੀ ਹੈ। ਕਿਹ ਉਪਚਾਰ ਨ ਹੋਤ ਨਿਵਾਰਨ। ਜਿਹੜੇ ਕੋਈ ਇਲਾਜ ਹੀ ਹੈ, ਦਵਾਈਆਂ ਹੈ, ਕੋਈ ਜਲ ਧਾਰੇ ਜੇ ਕਰਨੇ, ਕਪਾਲੀ ਲਾਸ ਅਸ ਲਾ ਕੇ ਪੁੱਠੇ ਲੜਕਣਾ, ਭੁੱਖੇ ਰਹਿਣਾ, ਧੂਣੇ ਤਾਪਣੇ, ਇਹਨਾਂ ਕਰਕੇ ਹਉਮੈ ਦਾ ਰੋਗ ਨਿਮਿੰਦ ਹੁੰਦਾ ਹੈ। ਆਪਨ ਆਪ ਕੋ ਹੇਰਹ ਆਮੀ। ਇਸ ਕਰਕੇ ਵੀ ਹਰਦਾਸ ਤੂੰ ਆਪਣੇ ਆਪ ਨੂੰ ਝਾਤੀ ਮੇਰ ਕੇ ਦੇਖ, ਤੂੰ ਤਾਂ ਹਉਮੈ ਦਾ ਬਹੁਤ ਆਪ ਹੀ ਵੱਡਾ ਰੋਗੀ ਹੈ। ਕਰਹੁ ਅਵਰ ਕਉ ਕੈਸ ਅਨਾਮੀ। ਬਾਕੀਆਂ ਨੂੰ ਕਿਵੇਂ ਹਉਮੈ ਦੇ ਰੋਗ ਤੋਂ ਤੂੰ ਕਿਵੇਂ ਰੋਗ ਕਰੇਗਾ, ਰੋਗ ਤੋਂ ਰਹਿਤ ਕਰੇਗਾ, ਤੂੰ ਤਾਂ ਆਪ ਹੀ ਵੱਡਾ ਰੋਗੀ ਹੈ। ਜਿਸ ਭੇਖਜ ਤੇ ਹਉਮੈ ਜਾਈ। ਅਰਦਾਸ ਵੈਦ ਜਿਸ ਦੁਆਈ ਕਰਕੇ ਹਉਮੈ ਦਾ ਰੋਗ ਚਲਿਆ ਜਾਵੇ। ਅਬ ਚਾਲ ਸੁਖ ਵਸ ਹੈ ਤਨ ਆਈ। ਇਹ ਸਰੀਰ ਦੇ ਵਿੱਚ ਜਿਹੜਾ ਚੱਲ ਰਹਿਣ ਵਾਲਾ ਸੁਖ ਆਵਸੇ ਆ ਟਿਕੇ। ਸੋ ਉਪਚਾਰ ਕਰੇ ਜੇ ਕੋ। ਇਹ ਐਸਾ ਹਉਮੈ ਦਾ ਰੋਗ ਦਾ ਜੇ ਕੋਈ ਇਲਾਜ ਕਰੇ, ਯਤਨ ਕਰੇ ਕੌਣ ਦਾ? ਨਿਜ ਰੁਜ ਖੋਏ ਵੈਦ ਭਲ ਸੋ। ਜਿਹੜਾ ਵੈਦ ਨੂੰ ਪਹਿਲਾਂ ਆਪ ਹਉਮੈ ਦਾ ਰੋਗ ਲੱਗਿਆ ਉਹਨੂੰ ਗਵਾ ਲਵੇ, ਸਾਡੇ ਖਿਆਲਿਆਂ ਅਨੁਸਾਰ
ਚੰਗਾ ਵੈਦ ਹੁੰਦਾ ਹੈ। ਜਨਮ ਮਰਨ ਤੇ ਮੁਕਤਾ ਹੋਈ। ਤੇਰਾ ਕਹਿੰਦੇ ਜੰਮਣ ਮਰਨ ਤੋਂ ਛੁੱਟ ਜਾਂਦਾ, ਇਹ ਮਾਨੋ ਨਿਰੋਗ ਹੋ ਜਾਂਦਾ। ਬਹੁਰ ਨ ਰੋਗ ਵਿਆਪੈ ਕੋਈ। ਇੱਕ ਵਾਰੀ ਹਉਮੈ ਦਾ ਰੋਗ ਨਿਵਰਤ ਹੋ ਜੇ, ਮੁੜ ਕੇ ਹਉਮੈ ਦਾ ਰੋਗ ਨਹੀਂ ਉਹਨੂੰ ਚਿੰਬੜਦਾ ਹੈ। ਰੁਜ ਪਰਖਨ ਪੁਨ ਤਿਨ ਕੋ ਹਰਨੇ। ਉਹ ਹਰਦਾਸ ਪਹਿਲਾਂ ਰੋਗ ਦੀ ਪ੍ਰੀਖਿਆ ਕਰਨੀ, ਫਿਰ ਉਹਨੂੰ ਕਹਿੰਦੇ ਨਾਸ ਕਰਨਾ। ਸੁਨਿਓ ਚਹਿਤ ਹੋ ਮਨ ਡਿਢ ਕਰਨੇ। ਜੇ ਮਨ ਦੇ ਵਿੱਚ ਤਕੜਾ ਹੋ ਕੇ ਤੂੰ ਸੁਣਿਆ ਚਾਹੁੰਦਾ ਹੈ ਵੀ ਇਹ ਕਿਵੇਂ ਪ੍ਰੀਖਿਆ ਕਰੀਏ, ਕਿਵੇਂ ਰੋਗ ਨੂੰ ਨਾਸ ਕਰੀਏ, ਤੋ ਉਚਰਹੁ ਨਿਜ ਹਿਰਦੇ ਚਾਹੂ। ਜੇ ਤੇਰੇ ਆਪਣੇ ਹਿਰਦੇ ਵਿੱਚ ਚਾਹਨਾ ਹੈਗੀ ਆ ਤੈਨਾਂ, ਤਾਂ ਫਿਰ ਉਚਾਰੀਏ, ਤੈਨੂੰ ਦਸੀਏ ਸਾਰਾ ਕੁਝ। ਸਭੈ ਕਹੋ ਮੈਂ ਤੁਮਰੇ ਪਾਹੂ। ਉਹ ਅਰਦਾਸ ਵਿੱਚ ਸਾਰਾ ਖੋਲ ਕੇ ਮੈਂ ਤੇਰੇ ਕੋਲ ਕਹਿ ਦਿੰਨਾ, ਦੱਸ ਦਿੰਨਾ। ਅਸ ਬਿਦ ਸੁਨੇ ਬੈਦ ਬਚ ਜਬ ਹੀ। ਇਸ ਤਰ੍ਹਾਂ ਦੇ ਜਿਹੜੇ ਬਚਨ ਹੈ ਜਦੋਂ ਹਰਦਾਸ ਵੈਦ ਨੇ ਸੁਣੇ ਹਨ, ਵਿਸਮੈ ਹੋਏ ਵਿਚਾਰਤ ਤਬ ਹੀ। ਅਚਰਜ ਹੋ ਕੇ ਆਪਣੇ ਮਨ ਦੇ ਵਿੱਚ ਵਿਚਾਰਦਾ ਤਦੋਂ। ਕਾਕੋ ਨਰ ਇਹ ਨੁਤ ਹੈ ਉਚਾਰੀ। ਕੋਈ ਜਿਹੜਾ ਸਿਆਣਾ ਪੁਰਸ਼ ਇਹਨਾਂ ਦੀ ਸੋਭਾ ਵਡਿਆਈ ਵਿਚਾਰਦਾ ਹੁੰਦਾ ਸੀ। ਸੁਨ ਤੋ ਹੁਤੋ ਅਬ ਨੈਣ ਨਿਹਾਰੀ। ਮੈਂ ਸੁਣਦਾ ਹੁੰਦਾ ਸੀ, ਅਜ ਤੱਕ ਅੱਖਾਂ ਨਾਲ ਇਹਨਾਂ ਦੀ ਸੋਭਾ ਵੇਖ ਲਈ ਹੈ, ਅੱਖਾਂ ਨਾਲ ਦਰਸ਼ਨ ਕਰ ਲਏ ਤੇ ਕੰਨਾਂ ਰਾਹੀਂ ਬਚਨ ਵੀ ਸੁਣ ਲਿਆ ਵੀ ਇਹ ਤਾਂ ਮਹਾਨ ਹੈ। ਕਲਾਵਾਨ ਇਹ ਸਤ ਅਵਤਾਰਾ। ਇਹ ਤਾਂ ਕੋਈ ਸ਼ਕਤੀਆਂ ਵਾਲੇ ਸਤ ਦਾ ਅਵਤਾਰ, ਸਤ ਸਰੂਪ ਦਾ ਅਵਤਾਰ ਹੈ। ਬੂਝ ਲਿਓ ਮੈਂ ਹੋਏ ਨਿਸਤਾਰਾ। ਮਨ ਵਿੱਚ ਖਿਆਲ ਕਰਦਾ ਵੀ ਮੈਂ ਹੀ ਇਸ ਤਰ੍ਹਾਂ ਦੁਆਈ ਪੁੱਛ ਲਾਂ, ਮੇਰਾ ਹੀ ਪਾਰ ਉਤਾਰਾ ਹੋ ਜਾਏ, ਭਲਾ ਹੋ ਜਾਏ। ਅਸ ਵਿਚਾਰ ਕਰ ਵੈਦ ਸਿਆਣਾ। ਇਸ ਤਰ੍ਹਾਂ ਦਾ ਸੋਚ ਵਿਚਾਰ ਕਰਕੇ ਜਿਹੜਾ ਸਿਆਣਾ ਹਰਦਾਸ ਵੈਦ ਹੈ, ਬੰਦ ਹਾਥ ਦੋ ਬਚਨ ਵਖਾਨਾ। ਦੋਵੇਂ ਹੱਥ ਜੋੜ ਕੇ ਇਸਨੇ ਸਤਿਗੁਰਾਂ ਅੱਗਿਓਂ ਬਚਨ ਕਿਹਾ ਹੈ। ਤੁਮਰੇ ਬਚਨ ਸੁਨਨ ਅਬਿਲਾਖਾ। ਇਹ ਗੁਰੂ ਨਾਨਕ ਸਾਹਿਬ ਮਹਾਰਾਜ, ਤੁਹਾਡੇ ਬਚਨ ਸੁਣਨ ਦੀ ਮੈਨੂੰ ਬੜੀ ਤਕੜੀ ਇੱਛਾ ਹੈ, ਚਾਹਨਾ ਹੈ। ਵਧੀ ਮੋਹ ਮਨ ਜੋ ਤਰ ਸ਼ਾਖਾ। ਜਿਵੇਂ ਬਿਰਛ ਦੀਆਂ ਟਾਹਣੀਆਂ ਪਾਣੀ ਪਾਉਣ ਨਾਲ ਵੱਧਦੀਆਂ, ਇਸ ਤਰ੍ਹਾਂ ਮਹਾਰਾਜ ਮੇਰੇ ਅੰਦਰ ਤੁਹਾਡੇ ਬਚਨ ਸੁਣਨ ਦੀ ਇੱਛਾ ਵੱਧ ਰਹੀ ਹੈ ਬਹੁਤ। ਕਰੁਣਾ ਕਰ ਜੋ ਸਭ ਵਿਰਤੰਤਾ। ਮਹਾਰਾਜ ਕਿਰਪਾ ਕਰਕੇ ਤਰਸ ਕਰਕੇ ਸਾਰਾ ਜਿਹੜਾ ਪ੍ਰਸੰਗ ਹੈ, ਕਹੋ ਆਪ ਜੋ ਮੁਝ ਹੋਏ ਸ਼ਾਂਤਾ। ਇਹ ਮੇਰੇ ਮਨ ਦੇ ਵਿੱਚ ਸ਼ਾਂਤੀ ਹੋ ਜਾਏ, ਹਉਮੈ ਦਾ ਰੋਗ ਚਲਿਆ ਜਾਓ, ਸਾਰਾ ਮਾਰਾ ਖੋਲ ਕੇ ਕਹੋ ਜੀ। ਕਮਲ ਬਦਨ ਕਰੁਣਾ ਗੁਣ ਮੰਦਿਰ। ਇਹਨਾਂ ਦਾ ਕਵਲ ਮੁਖ ਕਵਲ ਵਰਗਾ ਮੁਖ ਹੈ, ਗੁਣਾ ਦੇ ਮੰਦਰ ਹਨ। ਉਹ ਕਰਨਾ ਕਿਰਪਾ ਕਰਕੇ ਬੋਲੇ ਬਚਨ ਮ੍ਰਿਦੁਲ ਬਾਰ ਸੁੰਦਰ। ਆਪਣੇ ਮੁਖ ਤੋਂ ਬੜੇ ਕੋਮਲ ਤੇ ਸ੍ਰੇਸ਼ਟ ਸੁੰਦਰ ਬਚਨ ਬੋਲੇ ਹਨ। ਤਨ ਹਉਮੈ ਮਮਤਾ ਜੋ ਕਨੇਰੀ। ਮਹਾਰਾਜ ਕਹਿੰਦੇ ਸਰੀਰ ਦੀ ਜਿਹੜੀ ਹਉਮੈ ਤੇ ਸਰੀਰ ਨਾਲ ਜਿਹੜੇ ਕੋਈ ਨਾਲ ਸੰਬੰਧ ਰੱਖਦੇ, ਉਹਨਾਂ ਦੀ ਬੜੀ ਮਮਤਾ ਹੁੰਦੀ ਹੈ ਵੀ ਇਹ ਸਾਰੇ ਮੇਰੇ ਹਨ। ਸਭ ਵਿਆਧਨ ਕੀ ਮੂਲ ਵਡੇਰੀ। ਜਿਹੜੀ ਹੰਗਤਾ ਮਮਤਾ, ਇਹ ਸਾਰੇ ਰੋਗਾਂ ਦੀ ਕਹਿੰਦੇ ਮੁੱਢ ਹੈ, ਜੜ ਹੈ। ਆਤਮ ਤਨ ਤੇ ਲਖੀਐ ਨਿਆਰੋ। ਜਿਹੜਾ ਸਰੀਰ ਤੋਂ ਆਤਮਾ ਹੈ, ਉਹਨੂੰ ਵੱਖਰਾ ਕਰਕੇ ਜਾਣ ਲਈਏ। ਸਰੀਰ ਵੱਖਰਾ ਤੇ ਆਤਮਾ ਜਿਹੜਾ ਇਹਦੇ ਵਿੱਚ, ਉਹਨੂੰ ਵੱਖਰਾ ਕਰਕੇ ਜਾਣ ਲਈਏ। ਚੇਤਨ ਜੜ ਨੀਕੇ ਨਿਰਧਾਰੋ। ਜਿਹੜਾ ਆਤਮਾ ਉਹ ਤਾਂ ਚੇਤਨ ਹੈ, ਜਿਹੜਾ ਜੜ ਸਰੀਰ ਹੈ, ਇਹ ਚੰਗੀ ਤਰ੍ਹਾਂ ਨਿਰਣਾ ਕਰ ਲੈ, ਸਮਝ ਲਾ ਵੀ ਇਹ ਜੜ ਹੈ। ਨਿਰਵਿਕਾਰ ਪੁਨ ਜਾਣ ਅਸੰਗਾ। ਜਿਹੜਾ ਆਤਮਾ ਉਹ ਬਿਨਾਂ ਵਿਕਾਰਾਂ ਤੋਂ ਪੁਨः ਜਾਣ ਲਾ, ਉਹ ਅਸੰਗ ਹੈ। ਭ੍ਰਮ ਭੰਗੋ ਤਬ ਹੈ ਇਹ ਸੰਗ ਭੰਗਾ। ਜਦੋਂ ਕਹਿੰਦੇ ਤੂੰ ਪਰਮ ਤੋੜ ਦੇਵੇਂਗਾ, ਤਦੋਂ ਇਹ ਤੇਰਾ ਕਹਿੰਦੇ ਦੋਪਰਾਂ ਦਾ ਪ੍ਰਤੀਤੀ ਨਾਸ ਹੋ ਜਾਏਗੀ। ਪਰ ਗੁਣ ਪਰ ਧਨ ਪਰਨ ਪ੍ਰਸ਼ੰਸਾ। ਆ ਰੋਗ ਹੈ ਕਹਿੰਦੇ, ਇਹ ਤਾਪ ਮਨੁੱਖ ਨੂੰ ਚੜਿਆ ਹੁੰਦਾ। ਤੈਨੂੰ ਖੋਲ ਜਿਹੜੇ ਪਰਾਏ ਦੇ ਗੁਣ, ਦੂਜਿਆਂ ਦੇ ਗੁਣ, ਦੂਜਿਆਂ ਦਾ ਧਨ ਹੈ ਤੇ ਦੂਜਿਆਂ ਦੀ ਜਿਹੜੀ ਮਹਿਮਾ ਵਡਿਆਈ ਹੈ, ਜਰਾ ਨਾ ਇਹੋ ਜੁਰ ਲਖੋ ਨਿਸੰਸਾ। ਜਿਹੜਾ ਇਹਨੂੰ ਕਹਿੰਦੇ ਸਹਾਰਨਾ ਨਹੀਂ ਹੈ। ਇਹ ਕਹਿੰਦੇ ਬਹੁਤ ਵੱਡਾ ਤੂੰ ਕਹਿੰਦੇ ਤਾਪ ਚੜ੍ਹਨਾ ਜਾਣ ਲਾਏ,
105 ਤੋਂ ਉੱਪਰ ਦਾ ਤਾਪ ਹੈ। ਸਭ ਜੀਵਨ ਸੋ ਮੈਤਰੀ ਕਰਨੇ। ਕਹਿੰਦੇ ਇਹ ਜਿਹੜਾ ਕਹਿੰਦੇ ਤਾਪ ਇਹਨੂੰ ਲਵਾਉਣ ਵਾਸਤੇ ਉਧਰ ਕੈਪਸੂਲ ਦਵਾਈ ਨਹੀਂ, ਇਹਦਾ ਕਹਿੰਦੇ ਇਹ ਇਲਾਜ ਹੈ ਵੀ ਸਾਰਿਆਂ ਨਾਲ ਮਿੱਤਰਤਾ ਕਰਨੀ, ਵੀ ਇਹ ਵਾਹਿਗੁਰੂ ਦਾ ਹੀ ਹੈ, ਮੈਂ ਵੀ ਵਾਹਿਗੁਰੂ ਦਾ ਹੀ ਹਾਂ। ਤਹਿ ਕੋ ਇਹ ਔਖਦ ਵਰ ਹਰਨੀ। ਇਹ ਤਾਪ ਨੂੰ ਲਾਉਣ ਵਾਸਤੇ ਕਹਿੰਦੇ ਬੜੀ ਚੰਗੀ ਦਵਾਈ ਅਸੀਂ ਕਥਨ ਕਰ ਦਿੱਤੀ ਹੈ। ਜੋ ਮਿੱਤਰਨ ਸੁਖ ਲਖ ਕਰ ਸੁਖੀਆ। ਜਿਵੇਂ ਜਿਹੜਾ ਮਨੁੱਖ ਆਪਣੇ ਮਨੁੱਖ ਮਿੱਤਰਾਂ ਨੂੰ ਸੁਖੀ ਜਾਣ ਕੇ ਸੁਖੀ ਹੁੰਦਾ ਹੈ, ਤੈਸੀ ਬ੍ਰਿਤ ਸਭਨ ਸੋ ਰਖੀਆ। ਇਸੇ ਤਰ੍ਹਾਂ ਬਾਕੀ ਜਿਹੜੇ ਲੋਕ ਉਹਨਾਂ ਨਾਲ ਵੀ ਉਹੀ ਜੀ ਬਿਰਤੀ ਰੱਖਣੀ, ਸਾਰਿਆਂ ਨਾਲ ਮਿੱਤਰਤਾ ਕਰਨੀ, ਸਾਰਿਆਂ ਨੂੰ ਸੁਖੀ ਜਾਣ ਕਰਕੇ ਸੁਖੀ ਹੋਣਾ, ਖੁਸ਼ ਹੋਣਾ ਹੈ। ਫਿਰ ਜਿਹੜਾ ਕੋਈ ਦੂਜੇ ਦੇ ਗੁਣ, ਦੂਜੀ ਦੀ ਵਡਿਆਈ ਸੁਣ ਕੇ ਤਾਪ ਚੜ੍ਹਦਾ ਔਖਾ ਹੁੰਦਾ, ਕਹਿੰਦੇ ਲੱਥ ਜਾਂਦਾ ਹੈ। ਨਿਜ ਗੁਣ ਧਨ ਨਿਜ ਜਸ ਬਿਸ ਤੀਰਨ। ਐਸੇ ਤਰ੍ਹਾਂ ਕਹਿੰਦੇ ਲੈ ਹੁਣ ਦੂਜਾ ਰੋਗ ਸੁਣ ਲਾ, ਆਪਣੇ ਵੀ ਜਿਹੜੇ ਗੁਣ ਹੈ, ਆਪਣਾ ਧਨ ਹੈ, ਆਪਣਾ ਜਿਹੜਾ ਜਸ ਹੈ, ਫੈਲਣਾ ਫਲਾਣਾ। ਕਰਤ ਮਾਨ ਇਹ ਹੈ ਵੱਡ ਜੀਰਨ। ਕਹਿੰਦੇ ਇਹਨਾਂ ਦਾ ਮਾਣ ਕਰਨਾ ਵੀ ਮੇਰਾ ਬੜਾ ਜਸ ਹੈ, ਮੇਰੇ ਕੋਲੇ ਬੜੀ ਮਾਇਆ, ਮੇਰੇ ਵਿੱਚ ਬੜੇ ਗੁਣ ਹੈ, ਇਹਨਾਂ ਦਾ ਜਿਹੜਾ ਮਾਣ ਹੰਕਾਰ ਕਰਨਾ, ਇਹ ਕਹਿੰਦੇ ਬੜਾ ਭਾਰੀ ਅਜੀਰਨ ਰੋਗ ਹੈ। ਉਹ ਪੇਟ ਦਾ ਅਣਪਚੀ ਦਾ ਰੋਗ, ਖਾਧਾ ਪੀਤਾ ਪਚੇ ਨਾ, ਉਹਨੂੰ ਅਜੀਰਨ ਰੋਗ ਕਹਿੰਦੇ ਆ। ਕਹਿੰਦੇ ਅਜੀਰਨ ਰੋਗ ਹੈ, ਅਣਪਚੀ ਦਾ ਰੋਗ ਹੈ, ਬਹੁਤ ਵੱਡਾ। ਲਖ ਕਰ ਸਭ ਹਰ ਕੀ ਵਡਿਆਈ। ਇਹਨੂੰ ਦੂਰ ਕਰਨ ਵਾਸਤੇ ਆ ਇਲਾਜ ਹੈ ਵੀ ਸਾਰੀ ਵਾਹਿਗੁਰੂ ਦੀ ਵਡਿਆਈ ਜਾਣ ਕੇ, ਵੀ ਜਿਹੜਾ ਇਹ ਗੁਣ ਬਖਸ਼ੇ ਵੀ ਵਾਹਿਗੁਰੂ ਨੇ ਬਖਸ਼ੇ, ਜਿਹੜਾ ਇਹ ਧਨ ਹੈ ਵੀ ਇਹਨੂੰ ਉਸ ਵਾਹਿਗੁਰੂ ਨੇ ਬਖਸ਼ਿਆ, ਜਿਹੜਾ ਇਹਦਾ ਜਸ ਹੈ ਵੀ ਵਾਹਿਗੁਰੂ ਨੇ ਬਖਸ਼ਿਆ, ਮਾਣ ਸਤਿਕਾਰ ਵੀ ਵਾਹਿਗੁਰੂ ਨੇ ਬਣਿਆ। ਇਸ ਤਰ੍ਹਾਂ ਕਹਿੰਦੇ ਸਾਰੀ ਵਾਹਿਗੁਰੂ ਦੀ ਵਡਿਆਈ ਜਾਣ ਕੇ ਵੀ ਉਹਨੇ ਹੀ ਬਖਸ਼ਾਂ ਕੀਤੀਆਂ। ਜੇ ਮੈਂ ਸ਼ਰਨੀ ਪੈ ਜਾਗਾ ਮੈਨੂੰ ਵੀ ਉਹ ਬਖਸ਼ਾਂ ਕਰ ਦੇਵੇਗਾ। ਹਿਰਦੇ ਗਰੀਬੀ ਚੂਰਨ ਖਾਏ। ਹਿਰਦੇ ਵਿੱਚ ਕਹਿੰਦਾ ਗਰੀਬੀ ਨਿਮਰਤਾ ਧਾਰਨ ਕਰਨੀ, ਕਹਿੰਦੇ ਇਹ ਚੂਰਨ ਖਾਣਾ ਹੈ। ਹਰ ਸਿਮਰਨ ਰੁਚ ਸੋ ਲਿਵ ਲਾਗੀ। ਜਿਹੜਾ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਰੁਚੀ ਲੱਗਣੀ, ਰੁਚੀ ਹੋਣੀ ਹੈ ਤੇ ਬਿਰਤੀ ਲੱਗ ਜਾਣੀ। ਲਖ ਹੈ ਅਰੁਜ ਇਹ ਭੂਖ ਸੋ ਜਾਗੀ। ਇਹੋ ਜਾਣੇ ਵੀ ਮੈਂ ਨਿਰੋਗ ਹੋ ਗਿਆ ਜਦੋਂ ਵਾਹਿਗੁਰੂ ਦੇ ਸਿਮਰਨ ਵਿੱਚ ਰੁਚੀ ਜਾਗ ਪਈ ਤੇ ਬਿਰਤੀ ਲੱਗ ਪਈ। ਇਹ ਮਾਨੋ ਜਿਵੇਂ ਉਹ ਦਵਾਈ ਲੱਗ ਤੇ ਭੁੱਖ ਜਾਗ ਪੈਂਦੀ ਹੈ, ਇਸ ਤਰ੍ਹਾਂ ਸਿਮਰਨ ਕਰਨ ਦੀ ਰੁਚੀ ਲਿਵ ਲੱਗ ਜਾਣੀ। ਸਮਝ ਲਓ ਵੀ ਮੈਂ ਨਿਰੋਗ ਹੋ ਗਿਆ, ਅਣਪਚੀ ਦਾ ਰੋਗ ਖਤਮ ਹੋ ਗਿਆ ਹੈ ਵਾਹਿਗੁਰੂ ਦੀ ਵਡਿਆਈ ਜਾਣ ਕੇ। ਵਿਸ਼ੈ ਵਾਸ਼ਨਾ ਤ੍ਰਿਸ਼ਨਾ ਖਾਂਸੀ। ਤੀਜਾ ਕਹਿੰਦੇ ਆ ਹੋਰ ਰੋਗ ਆ ਜਿਹੜੇ ਵਿਸ਼ਿਆਂ ਦੀ ਵਾਸ਼ਨਾ ਤੇ ਤ੍ਰਿਸ਼ਨਾ, ਇਹ ਖਾਂਸੀ ਦਾ ਖੰਘ ਦਾ ਰੋਗ ਹੈ ਬੜਾ, ਜਿਸ ਕਰਕੇ ਖੋਂ ਖੋਂ ਕਰਦਾ ਹੈ ਦਿਨੇ ਰਾਤ। ਦਿਨ ਪ੍ਰਤ ਭਰਦਤ ਕਬ ਨ ਬਿਨਾਸੀ। ਵਿਸ਼ਿਆਂ ਦੀ ਵਾਸ਼ਨਾ ਤ੍ਰਿਸ਼ਨਾ ਦਿਨੋ ਦਿਨ ਵੱਧਦੀ ਹੈ, ਕਦੇ ਨਾਸ ਨਹੀਂ ਹੁੰਦੀ। ਇਹ ਵਿਸ਼ਿਆਂ ਦੀ ਵਾਸ਼ਨਾ ਰੂਪੀ ਖੰਘ। ਮਿਥਿਆ ਸਭ ਹੈ ਪਦਾਰਥ ਜਾਨੀ। ਇਹਦੀ ਦਵਾਈ ਉਹੀ ਹੈ ਵੀ ਸਾਰੇ ਪਦਾਰਥਾਂ ਨੂੰ ਮਿਥਿਆ ਨਾਸਮਤ ਜਾਣਨਾ। ਇਹ ਚਟਨੀ ਤੇ ਕਰ ਹੀ ਹਾਨੀ। ਇਹ ਕਹਿੰਦੇ ਚਟਣੀ ਹੈ, ਜਿਵੇਂ ਚਵਨ ਪ੍ਰਾਸ਼ ਹੈ, ਪ੍ਰਾਸ਼ ਨੂੰ ਚਟਣੀ ਦਾ ਹੁੰਦਾ, ਚੌਵਨ 54 ਚੀਜ਼ਾਂ ਦੀ ਚਟਣੀ। ਇਸ ਤਰ੍ਹਾਂ ਇਹ ਕੋਈ ਚੀਜ਼ ਰਗੜ ਰੁੜ ਕੇ ਉਹਦੀ ਚਟਣੀ ਚ ਬਣਾ ਲੈਣੀ। ਕਈਆਂ ਨੂੰ ਥੋੜਾ ਜਿਹਾ ਜ਼ਿਆਦਾ ਸਖਤ ਕਰਕੇ ਉਹ ਬਟੀਆਂ ਗੋਲੀਆਂ ਜਿਹੀਆਂ ਵੱਟ ਲੈਂਦੇ, ਕੋਈ ਉਹਦੇ ਵਿੱਚੋਂ ਹਰਕ ਹੁਰਕ ਜਿਹਾ ਕੱਢ ਕੇ ਉਹਨੂੰ ਉਹ ਪੀਣ ਵਾਲੀ ਦਵਾਈ ਬਣਾ ਲੈਂਦੇ। ਇਸ ਤਰ੍ਹਾਂ ਕਹਿੰਦੇ ਇਹ ਜਿਹੜਾ ਵਿਸ਼ੇ ਰੂਪੀ ਖਾਂਸੀ ਹੈ ਨਾ, ਇਹਨੂੰ ਦੂਰ ਕਰਨ ਵਾਸਤੇ ਜਿਹੜਾ ਸਾਰੇ ਪਦਾਰਥਾਂ ਨੂੰ ਪਰ ਨਿੱਥੇ ਨਾਸਵੰਤ ਜਾਣਾ, ਚਲੇ ਜਾਣ ਵਾਲਾ, ਇਹ ਕਹਿੰਦੇ ਚਟਣੀ ਦਵਾਈ ਹੈ, ਚੱਟਣ ਵਾਲੀ ਦਵਾਈ ਹੈ। ਚਵਨ ਪ੍ਰਾਸ਼ ਭਾਂਗੇ ਨਾਸ ਕਰ ਦਿੰਦੀ ਹੈ। ਕਾਮ ਕ੍ਰੋਧ ਅਰ ਮੋਹ ਤ੍ਰਿਦੋਖੂ। ਇਹ ਕਹਿੰਦੇ ਜਿਹੜਾ ਕਾਮ ਵਾਸ਼ਨਾ ਦੀ ਪਰਬਤ ਹੈ, ਕ੍ਰੋਧ ਜ਼ਿਆਦਾ ਹੈ, ਮੋਹ ਜ਼ਿਆਦਾ ਹੈ, ਇਹ ਤਿੰਨੇ ਕਹਿੰਦੇ ਇਕੱਠੇ ਜ਼ਿਆਦਾ ਹੋ ਜਾਣੇ, ਇਹ ਤ੍ਰਿਦੋਖ ਰੋਗ ਹੈ, ਜਿਹਨੂੰ ਆਮ ਸੰਪਾਤ ਕਿਹਾ ਜਾਂਦਾ ਹੈ।
ਉਹ 13 ਤਰ੍ਹਾਂ ਦਾ ਸੰਪਾਤ ਹੈ ਅੱਗੇ। ਉਹਦੇ ਵਿੱਚੋਂ ਇਹ ਜਿੱਥੇ ਕਹਿੰਦੇ ਤਿੰਨੇ ਵੱਧ ਜਾਣ, ਜਿਵੇਂ ਬਲਗਮ ਬਾਦੀ, ਇਹ ਆਪੋ ਆਪਣਾ ਜਿੱਥੇ ਇਹਨਾਂ ਦਾ ਸਥਾਨ ਆ ਉਹ ਛੱਡ ਕੇ ਦੂਜੇ ਥਾਂ ਤੇ ਚਲੇ ਜਾਣ, ਫਿਰ ਉਹਨੂੰ ਕਹਿੰਦੇ ਇਹ ਤਰਦੋਖ ਹੋ ਗਿਆ ਹੈ। ਉਹਨੂੰ ਕੋਈ ਸਿਆਣਾ ਬੈਰੀ ਤਰਦੋਖ ਨੂੰ ਸੰਪਾਤ ਨੂੰ ਦੂਰ ਕਰ ਸਕਦਾ ਹੈ, ਕਿਉਂਕਿ ਜਦੋਂ ਉਹ ਵਿਗੜ ਜਾਣ ਇਹ ਤਿੰਨੇ ਆਪੋ ਆਪਣਾ ਥਾਂ ਛੱਡ ਕੇ, ਫਿਰ ਜੇ ਤਾਂ ਬੈਬਾਦੀ ਨੂੰ ਦੂਰ ਕਰਨ ਵਾਸਤੇ ਗਰਮ ਦਵਾਈ ਦਿੰਦਾ ਹੈ, ਫਿਰ ਉਹ ਗਰਮੀ ਵੱਧ ਜਾਂਦੀ ਹੈ, ਹੋਰ ਔਖਾ ਹੁੰਦਾ। ਜੇ ਠੰਡੀਆਂ ਚੀਜ਼ਾਂ ਦਿੰਦਾ ਹੈ ਗਰਮੀ ਘਟਦੀ ਹੈ, ਬੈਬਾਦੀ ਵੱਧਦੀ ਹੈ। ਇਸ ਤਰ੍ਹਾਂ ਫਿਰ ਵੀ ਉਹਦੀ ਦਵਾਈ ਨਹੀਂ ਉਹ ਪੂਰੀ ਉਤਰਦੀ। ਫਿਰ ਸਿਆਣੇ ਵੈਦ ਉਹ ਰਸਾਇਣ ਵਗੈਰਾ ਬਣਾ ਕੇ ਦਿੰਦੇ ਆ ਵੀ ਜਿਹਦੇ ਨਾਲ ਨਾ ਗਰਮੀ ਵਧੇ, ਨਾ ਬੈਬਾਦੀ ਵਧੇ, ਨਾ ਬਲਗਮ ਵਧੇ, ਨਾ ਲਹੂ ਵਿਗਾੜ ਹੋਵੇ। ਸੋ ਇਸ ਤਰ੍ਹਾਂ ਉਹ ਸਾਰੀਆਂ ਜੜੀਆਂ ਬੂਟੀਆਂ ਵਿੱਚ ਉਹ ਦੇਖ ਦੂਖ ਕੇ ਫਿਰ ਉਹਨਾਂ ਦਾ ਜਿਹੜੇ ਉਹ ਤਸੀਰ ਹੈ, ਫਿਰ ਉਹ ਔਸ਼ਧੀ ਤਿਆਰ ਕਰਦੇ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਕੋਈ ਕਾਮ ਕ੍ਰੋਧ ਦਾ ਮੋਹ ਦਾ ਵਧਣਾ ਹੈ, ਤਰਦੋਖ ਰੁੱਖ ਲੱਗ ਜਾਣਾ ਹੈ। ਸਾਰੇ ਜੀਵਾਂ ਦੀ ਕਹਿੰਦੇ ਖਬਰ, ਜਿਹੜੀ ਖਬਰ ਹੋਸ਼ ਨੂੰ ਸੁਕਾ ਦਿੰਦਾ, ਉਹਦੀ ਜਿਹੜੀ ਪਰਮੇਸ਼ਰ ਦੀ ਖਬਰ ਸਾਰਿਆਂ ਨੂੰ ਕਹਿੰਦੇ ਖਤਮ ਕਰ ਦਿੰਦਾ ਹੈ। ਜਿਨ ਸਭ ਜੀਵਨ ਕੀ ਸੁਧ ਸੋਖੂ, ਇਹਨੇ ਕਹਿੰਦੇ ਸਾਰੇ ਜੀਵਾਂ ਦੀ ਜਿਹੜੀ ਖਬਰ ਹੈ ਸੋਝੀ ਸਮਝ ਸੁਕਾ ਦਿੱਤੀ, ਖਤਮ ਕਰਕੇ ਰੱਖ ਦਿੱਤੀ। ਇਹ ਕਾਮ ਕ੍ਰੋਧ ਤਰਦੋਖ ਮੋਹ ਨੇ। ਸਤਿਗੁਰ ਬਚਨ ਤੰਬੇਸੁਰ ਪੂਰੀ, ਜਿਹੜੇ ਸਤਿਗੁਰੂ ਦੇ ਬਚਨ ਹੈ ਇਹ ਕਹਿੰਦੇ ਜਿਵੇਂ ਤਾਂਬਾ ਭਸਮ ਕੀਤਾ ਹੋਵੇ, ਇਹ ਕਹਿੰਦੇ ਤੰਬੇਸ਼ਰ ਦੀ ਤੰਬੇ ਭਸਮ ਦੀ ਪੁੜੀ ਵਾਂਗ ਹੈ। ਔਰ ਜਿਹੜੀ 84 ਤਰ੍ਹਾਂ ਦੀ ਬਾਦੀ ਬੁੱਧੀ ਜੀ ਇਹਨੂੰ ਨਾਸ਼ ਕਰਨ ਵਾਸਤੇ ਵੀ ਜੜੀਆਂ ਬੂਟੀਆਂ ਵਿੱਚ ਫਿਰ ਉਹ ਤਾਂਬੇ ਭਸਮ ਨੂੰ ਪਾਉਂਦੇ ਨੇ। ਇਹਦੇ ਖਾਣ ਨਾਲ 84 ਤਰ੍ਹਾਂ ਦੀ ਬੈਬਾਦੀ ਖਤਮ ਹੁੰਦੀ ਹੈ। ਇਹ ਵੈਦਿਕ ਮਤ ਪੁਸਤਕਾਂ ਵਿੱਚ ਲਿਖਿਆ ਹੈ। ਸੋ ਇਸੇ ਕਵੀ ਜੀ ਇਹ ਵੈਦਿਕ ਮਤ ਪੜ੍ਹਿਆ ਹੈ, ਜਿਸ ਕਰਕੇ ਦਿਖਾ ਰਿਹਾ ਸਤਿਗੁਰਾਂ ਦੇ ਮੁਖ ਰਾਹੀਂ। ਕਹਿੰਦੇ ਜਿਹੜੇ ਸਤਿਗੁਰੂ ਦੇ ਬਚਨ ਸੁਣਨੇ ਤੇ ਧਾਰਨੇ ਹੈ, ਇਹ ਤੰਬੇਸ਼ਰ ਦੀ ਪੁੜੀ ਹੈ, ਤਾਂਬੇ ਭਸਮ ਕੀਤੇ ਤਾਂਬੇ ਮਾਰੇ ਹੋਏ ਪੁੜੀ ਨੂੰ ਖਾਣਾ ਹੈ। ਨਿਤ ਸੇਵਹਿ ਤਿਹ ਸੋ ਹੋਏ ਦੂਰੀ, ਜਿਹੜਾ ਸਤਿਗੁਰੂ ਦੇ ਬਚਨ ਰੂਪੀ ਹਮੇਸ਼ਾ ਤੰਬੇਸ਼ਰ ਪੁੜੀ ਨੂੰ ਛਕਦਾ ਹੈ, ਉਹਦਾ ਕਹਿੰਦੇ ਤਰਦੋਖ ਰੋਗ ਜਿਹੜਾ ਹੈ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤਰਦੋਖ ਦੂਰ ਹੋ ਜਾਂਦਾ ਹੈ। ਬਮਨ ਰੋਗ ਕਰਹੀ ਪਰ ਨਿੰਦਾ, ਇਸੇ ਤਰ੍ਹਾਂ ਇੱਕ ਕਹਿੰਦੇ ਆ ਬਵਨ ਰੋਗ, ਉਛਾਲੀ ਦਾ ਲੋਗ, ਮੂੰਹ ਰਾਹੀਂ ਹੇਠਾਂ ਦਸਤ ਲੱਗ ਜਾਣੇ, ਵੀ ਖਾਣਾ ਪੀਣਾ ਕੁਝ ਨਾ, ਜਿਹੜਾ ਖਾਣਾ ਉਹੀ ਮੁਖ ਰਾਹੀਂ ਨਿਕਲ ਜਾਣਾ, ਉਹਨੂੰ ਬਵਨ ਰੋਗ ਕਹਿੰਦੇ। ਜਿਹਨੂੰ ਅਸੀਂ ਕਹਿੰਦੇ ਉਛਾਲੀਆਂ ਲੱਗੀਆਂ, ਉਕਾਰੀਆਂ ਲੱਗੀਆਂ। ਕਹਿੰਦੇ ਜਿਹੜੀ ਦੂਜਿਆਂ ਦੀ ਨਿੰਦਿਆ ਕਰੀ ਜਾਣੀ ਹੈ ਨਾ, ਇਹ ਕਹਿੰਦੇ ਉਛਾਲੀ ਦਾ ਰੋਗ ਹੈ। ਹਟ ਹੈ ਲਖ ਹੈ ਸਭ ਤੇ ਨਿਜ ਮੰਦਾ, ਜਿਹੜਾ ਕਹਿੰਦੇ ਆਪਣੇ ਆਪ ਨੂੰ ਸਾਰਿਆਂ ਤੋਂ ਮਾੜਾ ਸਮਝ ਲੈ, ਹਮ ਨੀ ਚੰਗੇ ਬੁਰਾ ਨਹੀਂ ਕੋਏ, ਵੀਰ ਹਮ ਤੇ ਸਭ ਬੁਰੇ, ਹਮ ਤਜ ਭਲੋ ਸਭ ਕੋਏ। ਜਿਨ ਐਸਾ ਕਰ ਬੂਝਿਆ ਮੀਤ ਹਮਾਰਾ, ਸੋ ਜੇ ਸਾਰਿਆਂ ਤੋਂ ਆਪਣੇ ਆਪ ਨੂੰ ਮਾੜਾ ਸਮਝਣਾ, ਬਾਕੀਆਂ ਨੂੰ ਚੰਗੇ ਸਮਝਣਾ, ਇਹਦੇ ਨਾਲ ਕਹਿੰਦੇ ਨਿੰਦਿਆ ਰੂਪੀ ਜਿਹੜਾ ਅਖਾਲੀ ਦਾ ਰੋਗ ਆ ਖਤਮ ਹੋ ਜਾਂਦਾ ਹੈ। ਅਸਬਿਦ ਕੇ ਰੁਜ ਸੋ ਮਨ ਪੂਰਨ, ਅਰਦਾਸ ਵੇ ਇਸ ਤਰ੍ਹਾਂ ਦੇ ਰੋਗਾਂ ਕਰਕੇ ਮਨ ਭਰਿਆ ਪਿਆ। ਮਿਟ ਹੈ ਸੇਵ ਗੁਰ ਪਦ ਰਜ ਚੂਰਨ, ਜਿਹੜੀ ਗੁਰੂ ਦੇ ਕਹਿੰਦੇ ਗੁਰੂ ਦੀ ਸੇਵਾ ਕਰਨੀ ਹੈ, ਇਹ ਵੀ ਕਹਿੰਦੇ ਬਹੁਤ ਵਧੀਆ ਚੂਰਨ ਹੈ। ਇਸੇ ਤਰ੍ਹਾਂ ਮਹਾਰਾਜ ਦੇ ਚਰਨਾਂ ਦੀ ਜਿਹੜਾ ਧੂੜ ਹੋ ਕੇ ਰਹਿਣਾ ਹੈ, ਇਹ ਵੀ ਕਹਿੰਦੇ ਚੂਰਨ ਵਾਂਗ ਹੈ। ਇਹਦੇ ਨਾਲ ਜਿਹੜੇ ਸਾਰੇ ਰੋਗ ਮਿਟ ਜਾਂਦੇ ਮਨ ਦੇ। ਕਮਲ ਬਦਨ ਤੇ ਬਚਨ ਸੁਨੇ ਜਬ, ਕਮਲ ਵਰਗੇ ਮੁਖ ਤੋਂ ਜਦੋਂ ਇਹ ਹਰਦਾਸ ਨੇ ਐਸੇ ਬਚਨ ਸੁਨੇ ਸਤਿਗੁਰੂ ਦੇ, ਵੈਦ ਵਿਚਛਨ ਨਿਮਰ ਭਇਓ ਤਬ, ਫਿਰ ਸਿਆਣਾ ਸੀ ਉਹਦੇ ਮਨ ਕਰਕੇ ਨੀਵਾਂ ਹੋ ਗਿਆ, ਝੁਕ ਗਿਆ। ਨਿਜ ਮਨ ਕੋ ਮੁਨਸਬ ਤਬ ਕਰਹੀ, ਆਪਣੇ ਮਨ ਨੂੰ ਕਹਿੰਦੇ ਨੇ ਮਨਾਸਬ ਕੀਤਾ, ਮਨ ਵਿੱਚ ਨਿਆਂਕਾਰੀ ਬਣਿਆ ਵੀ
ਗੱਲ ਤਾਂ ਠੀਕ ਕਹਿੰਦੇ, ਮਨ ਨੂੰ ਸਮਝਾਇਆ ਵੀ ਇਹ ਜੋ ਕਹਿ ਰਿਹਾ ਸੱਚ ਕਹਿ ਰਹੇ ਆ ਮਨਾ। ਕਹੇ ਕਿ ਰੁਜ ਲਖ ਲੀਨੇ ਸਭ ਹੀ, ਜਿਹੜੇ ਮਹਾਰਾਜ ਨੇ ਰੋਗ ਕਹੇ ਆ ਸਾਰੇ ਦੇ ਮਨ ਨੇ ਜਾਣ ਲਏ ਹਨ। ਕਰ ਬਿਬ ਬੰਦਿਤ ਬਿਨੈ ਬਖਾਨੀ, ਦੋਵੇਂ ਹੱਥ ਜੋੜ ਕੇ ਮਹਾਰਾਜ ਅੱਗੇ ਬੇਨਤੀ ਨਾਲ ਨੇ ਬਚਨ ਕਿਹਾ ਮੱਥਾ ਟੇਕ ਕੇ। ਹਉ ਹੇਰਿਓ ਹੋਇ ਕਰ ਅਨਜਾਨੀ, ਗੁਰੂ ਨਾਨਕ ਸਾਹਿਬ ਤੁਸੀਂ ਤਾਂ ਮਹਾਨ ਵੈਦ ਹੋ, ਜਿਨ੍ਹਾਂ ਰੋਗਾਂ ਦਾ ਇਲਾਜ ਨਹੀਂ ਹੁੰਦਾ ਉਹਨਾਂ ਦਾ ਤੁਸੀਂ ਇਲਾਜ ਕਰਨ ਵਾਲੇ ਹੋ। ਮੈਂ ਤਾਂ ਬੇਸਮਝਾ ਹੋ ਕੇ ਮਹਾਰਾਜ ਤੁਹਾਨੂੰ ਵੇਖਿਆ ਹੈ। ਜਸ ਇੱਛਾ ਕਰੀਏ ਤਸ ਲੀਲਾ, ਇਹ ਤਾਂ ਮਹਾਰਾਜ ਰੋਗ ਕੱਟਣ ਵਾਲੇ ਹੋ, ਨਿਰੋਗ ਕਰਨ ਵਾਲੇ, ਜਿਸ ਤਰ੍ਹਾਂ ਦੀ ਇੱਛਾ ਉਸ ਤਰ੍ਹਾਂ ਦੀ ਲੀਲਾ ਕਰੀ ਕਰਾਈ ਜਾਈਏ। ਮਹਾਪੁਰਖ ਤੁਮ ਗੁਣੀ ਗਹੀਲਾ, ਇਹ ਤਾਂ ਗੁਣਾਂ ਵਿੱਚ ਬਹੁਤ ਤਕੜੇ ਹੋ, ਤੁਸੀਂ ਤਾਂ ਮਹਾਪੁਰਖ ਹੋ। ਤੁਮਰੇ ਬਚਨਨ ਮੋਹ ਅਵਿਦਿਆ, ਇਹ ਗੁਰੂ ਨਾਨਕ ਸਾਹਿਬ ਤੁਹਾਡੇ ਜਿਹੜੇ ਬਚਨ ਆ ਉਹਨਾਂ ਨੇ ਤਾਂ ਮੇਰੀ ਜਿਹੜੀ ਬੇਸਮਝੀ ਸੀ, ਅਗਿਆਨਤਾ ਸੀ, ਬਾਨ ਲੱਛ ਜਾਉ ਕੀਨੀ ਵਿਦਿਆ, ਜਿਵੇਂ ਕਹਿੰਦੇ ਨਿਸ਼ਾਨੇ ਤੇ ਜਾ ਕੇ ਤੀਰ ਵਜੇ ਤੇ ਉਹਨੂੰ ਬਿਨ ਦਿੰਦਾ, ਤੁਹਾਡੇ ਬਚਨਾਂ ਨੇ ਮੇਰੀ ਅਵਿਦਿਆ ਬੇਸਮਝੀ ਮਿਹਨਤ ਦਿੱਤੀ, ਨਾਸ ਕਰ ਦਿੱਤੀ ਹੈ। ਆਮੀ ਹੋਵਨ ਬਹੁਰ ਅਨਾਮੀ, ਇਹ ਗੁਰੂ ਨਾਨਕ ਸਾਹਿਬ ਰੋਗੀ ਹੋਣਾ ਜਾਂ ਰੋਗ ਤੋਂ ਨਿਰੋਗ ਹੋਣਾ, ਤੰਦਰੁਸਤ ਹੋਣਾ, ਲਖ ਲਿਏ ਗਤ ਸਭ ਹੋਏ ਤਵ ਸਾਮੀ, ਤੁਹਾਡੀ ਸ਼ਰਨ ਵਿੱਚ ਹੋ ਕੇ ਸ਼ਰਨ ਵਿੱਚ ਪੈ ਕੇ ਸਾਰੀ ਮੈਂ ਮਹਾਰਾਜ ਹਾਲਤ ਜਾਣ ਲਈ ਸਮਝ ਲਈ ਹੈ। ਅਬ ਮੁਝ ਪਰ ਇਹ ਕਰੁਣਾ ਕਰੀਏ, ਇਹ ਗੁਰੂ ਨਾਨਕ ਸਾਹਿਬ ਹੁਣ ਮੇਰੇ ਉੱਪਰ ਤਾਂ ਇਹੋ ਹੀ ਕਿਰਪਾ ਕਰ ਦਈਏ। ਮਨ ਕੋ ਰੋਗ ਸਗਲ ਪਰ ਹਰੀਏ, ਮਹਾਰਾਜ ਜਿੰਨੇ ਮੇਰੇ ਮਨ ਦੇ ਰੋਗ ਹੈ ਸਾਰੇ ਅੱਜ ਦੂਰ ਕਰ ਦਈਏ। ਸ੍ਰੀ ਗੁਰ ਕਹਿਓ ਕਰੋ ਸਤ ਸੰਗਾ, ਗੁਰੂ ਮਹਾਰਾਜ ਕਹਿੰਦੇ ਵੀ ਜੇ ਮਨ ਦੇ ਸਾਰੇ ਰੋਗ ਦੂਰ ਕਰਨੇ ਤੂੰ ਫਿਰ ਸਤਸੰਗਤ ਕਰਿਆ ਕਰ। ਦਿਨ ਥੋਰਨ ਮੈਂ ਹੋਵੈ ਭੰਗਾ, ਥੋੜੇ ਜਿਹੇ ਦਿਨਾਂ ਵਿੱਚ ਹੀ ਤੇਰੇ ਮਨ ਦੇ ਰੋਗ ਸਾਰੇ ਟੁੱਟ ਜਾਣਗੇ, ਨਾਸ ਹੋ ਜਾਣਗੇ। ਮਨ ਸੁਖ ਪਾਏ ਕਰੀ ਪਦ ਬੰਦਨ, ਅਰਦਾਸ ਵੈਸ ਨੇ ਮਨ ਵਿੱਚ ਸੁਖ ਪਾ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਮਹਿਮਾ ਜਾਨੀ ਕੋ ਮਤ ਨਿਕੰਦਨ, ਮਹਿਮਾ ਜਾਣ ਲਈ ਇਹ ਤਾਂ ਵੀ ਖੋਟੀ ਮਤ ਨੂੰ ਕੱਟਣ ਵਾਲੇ ਸਤਿਗੁਰੂ ਹਨ। ਕਯੋ ਸਦਨ ਸੇਵਿਓ ਸਤ ਸੰਗਾ, ਘਰ ਵਿੱਚ ਗਿਆ ਤੇ ਸਤ ਸੰਗਤ ਦੀ ਸੇਵਾ ਕਰਨ ਲੱਗ ਪਿਆ। ਮੋਖ ਉਚਿਤ ਭਾ ਔਰ ਭ੍ਰਮ ਭੰਗਾ, ਇਹਦਾ ਪਰਮ ਟੁੱਟ ਗਿਆ, ਮੁਕਤ ਦੇ ਯੋਗ ਹੋ ਗਿਆ ਹੈ। ਦੋਹਰਾ ਅਸ ਵਿਦ ਵੈਦ ਉਧਾਰ ਕਰ, ਇਸ ਤਰ੍ਹਾਂ ਵੈਦ ਦਾ ਕਹਿੰਦੇ ਉਧਾਰ ਕਰਨਹਾਰ ਸਤਿਗੁਰੂ ਸ੍ਰੀ ਗੁਰ ਕਰਨਾ ਨਿਖਾਨ, ਜੋ ਗੁਰੂ ਮਹਾਰਾਜ ਕਿਰਪਾ ਦੀ ਤਾਂ ਖਾਣ ਹੀ ਹਨ। ਸਦਾ ਬਦਨ ਤੇ ਨਾਮ ਜਪ, ਕਵੀ ਜੀ ਕਹਿੰਦੇ ਐਸੇ ਗੁਰਾਂ ਦਾ ਮੁਖ ਤੋਂ ਸਦਾ ਬਖਸ਼ਿਆ ਹੋਇਆ ਵਾਹਿਗੁਰੂ ਨਾਮ ਜਪੀਏ। ਧਰ ਹੋ ਹਿਰਦੇ ਨਿਤ ਧਿਆਨ, ਐਸੇ ਗੁਰੂ ਨਾਨਕ ਸਾਹਿਬ ਦਾ ਹਮੇਸ਼ਾ ਆਪਣੇ ਹਿਰਦੇ ਵਿੱਚ ਵੀ ਧਿਆਨ ਵੀ ਧਰੋ। ਗੁਰਸਿੱਖੋ ਸਰੋਤਿਓ, ਫਿਰ ਤੁਹਾਡੀ ਵੀ ਕਲਿਆਣ ਹੋ ਜਾਏਗੀ, ਤੁਹਾਡਾ ਵੀ ਨਿਰੋਗਤਾ ਤੁਹਾਨੂੰ ਪ੍ਰਦਾਨ ਕਰ ਦੇਣਗੇ ਸਤਿਗੁਰੂ। ਇਸ ਤਰ੍ਹਾਂ ਇਹ ਕਵੀ ਜੀ ਨੇ ਅਖੀਰੀ ਦੋਹਾ ਕਹਿ ਕੇ ਇੱਥੇ ਪ੍ਰਸੰਗ ਦੀ ਸਮਾਪਤੀ ਕੀਤੀ ਹੈ। ਇਸੇ ਤਰ੍ਹਾਂ ਇਸੇ ਪ੍ਰਥਾਏ ਇੱਕ ਸ਼ਬਦ ਗੁਰੂ ਮਹਾਰਾਜ ਨੇ ਮਲਾਰ ਰਾਗ ਵਿੱਚ ਵੀ ਵਿਚਾਰਿਆ ਸੀ, ਜੋ ਇੱਥੇ ਨਹੀਂ ਆਇਆ ਹੈ। ਉਹ ਜਿਹੜੇ ਵਿੱਚ ਇੱਕ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਮਾਰ ਜਮਦੂਤ, ਇੱਕ ਦੁੱਖ ਰੋਗ ਲਗਾ ਤਨ ਪਾਏ, ਬੈਦ ਨ ਭੋਲੇ ਦਾਰੂ ਲਾਏ, ਦਰਦ ਰਹਿ ਦੁੱਖ ਰਹਿ ਸਰੀਰ, ਐਸਾ ਦੋਰੂ ਲਗਾ ਨ ਵੀਰ, ਕਸਮ ਵਿਸਾਰ ਕੀਏ ਤਨ ਭੋਗ, ਤਾਂ ਤਨ ਉੱਠ ਖਲੋਏ ਲੋਗ, ਮਨ ਅੰਧੇ ਕੋ ਮਿਲੈ ਸਜਾਏ, ਬੈਦ ਨ ਭੋਲੇ ਦਾਰੂ ਲਾਏ। ਇਹ ਸ਼ਬਦ ਵੀ ਗੁਰੂ ਨਾਨਕ ਸਾਹਿਬ ਜੀ ਨੇ ਇਸੇ ਦੇ ਪਰਤਾਏ ਕਿਹਾ ਸੀ। ਇਹਨੇ ਪੁੱਛਿਆ ਸੀ ਕਿ ਮਹਾਰਾਜ ਕਿਹੜਾ ਕਿਹੜਾ ਰੋਗ ਹੈ। ਮਹਾਰਾਜ ਕਹਿੰਦੇ ਬੇਅੰਤੀ ਦੁੱਖ ਲੱਗੇ, ਬੇਅੰਤੀ ਰੋਗ ਹੈ, ਕਿਹੜੇ ਕਿਹੜੇ ਦੱਸੀਏ। ਕਹਿੰਦੇ ਮਹਾਰਾਜ ਥੋੜੇ ਜਿਹੇ ਦੱਸੋ। ਕਹਿੰਦੇ ਇੱਕ ਵਿਛੋੜਾ, ਇੱਕ ਪਰਮੇਸ਼ਰ ਤੋਂ ਜਿਹੜਾ ਵਿਛੋੜਾ ਪਿਆ ਨਾ, ਉਹ ਕਹਿੰਦੇ ਵਿਛੋੜੇ ਦਾ ਦੁੱਖ ਦਾ ਰੋਗ ਬਹੁਤ ਹੈ ਵੱਡਾ। ਇੱਕ ਆ ਭੁੱਖ ਦਾ ਦੁੱਖ ਲੱਗਿਆ ਹੋਇਆ, ਸਵੇਰੇ ਖਾਣੇ ਸ਼ਾਮ ਨੂੰ ਫੇਰ ਭੁੱਖ ਦਾ ਦੁੱਖ ਖੜਾ ਰਹਿੰਦਾ, ਸ਼ਾਮ ਨੂੰ ਖਾਣੇ ਸਵੇਰੇ ਉੱਠਦੇ ਫੇਰ ਇਹ ਦੁੱਖ ਖੜਾ ਹੁੰਦਾ ਰੋਗ। ਇਸ ਤਰ੍ਹਾਂ ਇੱਕ ਵਿਛੋੜਾ, ਇੱਕ ਦੁੱਖ ਭੂਖ, ਇੱਕ ਸਖਤ ਮਾਰ ਜ਼ਰੂਰ।
ਇੱਕ ਜਿਹੜੇ ਬੜੀ ਸ਼ਕਤੀ ਵਾਲੇ ਜਮਦੂਤ ਹੈ ਉਹ ਪਤਾ ਨਹੀਂ ਬਹੁਤ ਮਾਰਨਗੇ ਕੁੱਟਣਗੇ ਬੁਰਾ ਹਾਲ ਕਰਨਗੇ, ਉਹਦਾ ਦੁੱਖ ਖੜਾ, ਉਹਦਾ ਫਿਕਰ ਲੱਗਿਆ ਹੈ। ਇੱਕ ਦੁੱਖ ਰੋਗ ਲੱਗਾ ਧਨਤਾ ਹੈ। ਇਹ ਕਹਿੰਦੇ ਜਿਹੜਾ ਹਉਮੈ ਦਾ ਰੋਗ ਹੈ, ਮਾੜਾ ਮੋਟਾ ਦਾਨ ਪੁਰ ਕਰਕੇ ਉਹ ਆ ਕੇ ਦੁੱਖ ਲੱਗਦਾ ਵੀ ਅਸੀਂ ਐਂ ਕੀਤਾ, ਅਸੀਂ ਉਹ ਕਰਿਆ ਹੈ। ਇਹ ਲਾ ਕੇ ਵੈਦ ਨਾ ਭੋਲੇ ਦਾਰੂ ਲਿਓ, ਭੋਲੇ ਵੈਦ ਇਹਦੇ ਤੇ ਤੂੰ ਤਾਂ ਕੋਈ ਦਵਾਈ ਲਾ ਨਹੀਂ ਸਕਦਾ ਹੈ। ਤੇਰੀ ਦਵਾਈ ਬੂਟੀ ਨਾਲ ਇਹ ਰੋਗ ਤਾਂ ਨਾਸ ਨਹੀਂ ਹੋਣੇ ਹਨ। ਇਹਨਾਂ ਦੀ ਦਵਾਈ ਔਸ਼ਧੀ ਹੋ ਰਹੀ ਹੈ। ਉਹ ਜੋ ਗੁਰੂ ਮਹਾਰਾਜ ਨੇ ਸ਼ਬਦ ਰਾਹੀਂ ਬਚਨਾਂ ਰਾਹੀਂ ਦੱਸੀ ਹੈ, ਇਹੀ ਉਸਨੂੰ ਦੱਸੀ ਸੀ। ਤੇ ਇਸ ਤਰ੍ਹਾਂ ਇਹ ਜਿਹੜਾ ਸ਼ਬਦ ਹੈ ਇਹ ਵੀ ਹਰਦਾਸ ਵੈਦ ਦੇ ਨਾਲ ਸੰਬੰਧਿਤ ਹੈ, ਜਿਹੜਾ ਇੱਥੇ ਨਹੀਂ ਆਇਆ ਹੈ। ਸੋ ਇਸ ਨੂੰ ਵੀ ਇਹਦੇ ਨਾਲ ਹੀ ਸਮਝ ਲੈਣਾ ਹੈ। ਸਮਾਂ ਉੱਪਰੀ ਜਾ ਰਿਹਾ ਹੈ, ਇੱਥੇ ਸਮਾਪਤੀ ਕਰਕੇ ਆਪਾਂ ਅਰਦਾਸ ਵੀ ਜੁੜੀਏ। ਅਸ ਬਿਦ ਬੈਦ ਉਧਾਰ ਕਰ, ਸ੍ਰੀ ਗੁਰ ਕਰਨਾ ਖਾਨ। ਸਦਾ ਬਦਨ ਤੇ ਨਾਮ ਜਪ, ਧਰਹੁ ਹਿਰਦੇ ਨਿਤ ਧਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।